ਇਹੋ ਜਿਹੇ ਸਮਾਂ ਹੋ ਗਿਆ ਹੈ। ਬਾਕੀ ਵਿਚਾਰਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਵੀ ਕਰਾਂਗੇ। ਔਰ ਸਾਰੇ ਵਿਦਵਾਨ ਮਾਨਯੋਗ ਪ੍ਰੋਫੈਸਰ ਸਾਹਿਬ ਅਤੇ ਹੋਰ ਜਿਤਨੇ ਸਿੰਘ ਸਾਹਿਬ ਅਤੇ ਹੋਰ ਜਿਤਨੇ ਜੁੜੇ ਨੇ ਉਹਨਾਂ ਦੇ ਪਾਸੋਂ ਆਪਾਂ ਪਿਆਰ ਸਹਿਤ ਸਰਵਣ ਕਰੀਏ। ਸੇਵਾ ਪ੍ਰਵਾਨ ਕਰਦਿਆਂ ਹੋਇਆਂ ਗੱਜ ਕੇ ਫਤਿਹ ਬੁਲਾਇਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, मैं बेनती करा खास करके साउंड वाले कि आ माइक चालू रखा करो जी। टाइम साढ़े को उन्ना की सीमित है। गुलशन जी का बहुत बहुत धन्यवाद। यानी जी कल भी संगतां नूं गुरु चरणों जोड़ गए ने कथा नाल अते अज भी अते कल का उन्हां दा टाइम 10:15 तो 11 बजे तक है। अते अज दा खास सबजैक्ट जिहड़ा उन्हां नूं बेनती की गई सी कि जिहड़ा कि आपां ये सैमीनार रखा है सॉवरेंटी ऑफ अकाल तख्त। सतकारयोग बाबा जी ने उपराला किया है अते उहदे बारे ज्ञानी जी नूं बेनती की सी। उन्होंने बड़ी बखूबी दे नाल अकाल तख्त साहब जी की उपमा अकाल तख्त की है, तख्त की है, किस नूं पूजना है, किस की सेवा करनी है, किस का हुक्म मनना है, वो दर्शाया है। बहुत बहुत धन्यवाद। ਅਤੇ ਹੁਣ 5 ਵਜੇ तक जिस तरह ਸਮਾਂ ਨੀਤ है अपने ਕੋਲ महान विद्वान ਸਕੋਲਰ आए हुए ने ਅਤੇ ਇਹ ਇੱਕ ਨਿਮਾਣਾ ਜਿਹਾ ਯਤਨ है। ਅਕਾਲ ਤਖਤ ਸਾਹਿਬ ਜੀ ਦੀ ਪ੍ਰਭੂ ਸਤਾ ਕਿ ਉਹ ਅਕਾਲ ਤਖਤ ਛੇਵੇਂ ਪਾਤਸ਼ਾਹ ਜੀ ਨੇ ਜੋ ਸਾਜਿਆ, ਜਿਹਦੀ ਵਡਿਆਈ ਸਾਹਿਬ जी अपने गुलशन जी कर गए ने कि बुढ़े ते गुरदास मनाओ किसी राज ने हाथ ना लाओ। उस अकाल तख्त की प्रभु सता जदों असी जंगलों में रहंदे सां उदों किदां सी, उदों किदां उहदे उत्थों हुक्मनामे आउंदे सन, किदां उत्थों हुक्म निभाए जाते सन अते उदों की स्टैटस सी। उस तो उपरंत अज दा खास करके साडे इत्थे वास्ते साडे इशूज़ साडी प्रॉब्लम्स अज असी अकाल तख्त साहब जी ना जो भी कुछ हो रहा है, जिस तरह हुक्मनामे उत्थों लिखे जाते हैं जां जो जिस तरह मन्ने जाते हैं, इहदे उत्ते विचार है। अते उस तो उपरंत सत्कारयोग सिंह साहब जी, प्रोफैसर मनजीत सिंह जी, एक्स जथेदार अकाल तख्त भी केसगढ़ भी वो भी बैठे ने। वो सानू दसणगे कि उत्थे की प्रॉब्लम्स ने कि साडी जिहड़ी कि बाहर बैठियां दी टू वे कम्यूनीकेशन क्यों नहीं हुंदी। अज पंजाब तो ज़्यादा परसेंटेज सिखां दी बाहर है, पर श्रोमणी कमेटी पंजाब की नुमाइंदगी कर रहे हैं, पर जो हुक्मनामा उत्थों आउंदा है वो साडे सारिਆਂ ते लागू हुंदा है। इहो जे कुछ सबजैक्ट ने साहिबां दा अदब है, सत्कार रखते हैं। आ जो उपराला किया गया है ये इस करके कि आपां सुचेत होइए की हो रहा है। खास करके इन्हां दिनां दे विच जो पिछले कुछ दिनों में घटनावां वरतियां ने, किस तरह खालसा अकाल तख्त साहिब जी की जो वो सॉवरेंटी जां उत्थे जिहड़ा भी शख्स कोई बैठा होवे पर वो सीट है अकाल तख्त की सुप्रीमेसी दी, उहदा किद्दां मखौल उड़ाया गया। इस करके ये उपराला किया गया है अते आपां विद्वानां तो सुनना है। इस तो उपरंत 6 तो 8 बजे तक नाल दा जो लंगर दे हाल पिछले पासे स्टाफ रूम है उत्थे डिबेट होनी है
ਉਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਜੋ ਤੁਹਾਡੇ ਦਿਲ ਵਿੱਚ ਸਵਾਲ ਹੋਣ, ਆ ਸਕਾਲਰਸ ਨੇ ਬੋਲਣੇ, ਤੁਸੀਂ ਨੋਟ ਕਰੀ ਜਾਇਓ। ਉੱਥੇ ਤੁਸੀਂ ਸਾਰੇ ਸਵਾਲ ਇਹ ਪੁੱਛ ਸਕਦੇ ਹੋ, ਉਹਦੇ ਵਿੱਚ ਵੀ ਪੂਰਾ ਭਾਗ ਲੈਣਾ ਅਤੇ ਉਹਦੇ ਵਿੱਚੋਂ ਮੁੱਦੇ ਕੱਢ ਕੇ ਕੱਲ੍ਹ ਨੂੰ ਆਪਾਂ ਕੁਛ ਮਤੇ ਪਾਸ ਕਰਨੇ ਨੇ ਤੁਹਾਡੇ ਇਹ ਮਹਾਨ ਇਕੱਠ ਦੇ ਵਿੱਚੋਂ। ਇਹ ਛੋਟਾ ਜਿਹਾ ਉਪਰਾਲਾ ਹੈ ਅਤੇ ਆਪਾਂ ਸ਼ੁਰੂ ਕਰਦੇ ਕਿਉਂ ਟਾਈਮ ਬਹੁਤ ਆਪਣੇ ਕੋਲ ਸੀਮਿਤ ਹੈ, 20 ਮਿੰਟ ਬੋਲਣਾ ਹੈ। ਜੋ ਸਕਾਲਰਸ ਆਏ ਨੇ ਅਤੇ ਸਭ ਤੋਂ ਪਹਿਲਾਂ ਜੋ ਹੈ ਉਹ ਹੈ ਹਿਸਟੋਰਿਕ ਡਿਵੈਲਪਮੈਂਟ ਆਫ ਸ਼੍ਰੀ ਅਕਾਲ ਤਖਤ ਸਾਹਿਬ ਐਜ਼ ਐਨ ਇੰਸਟੀਟਿਊਸ਼ਨ। ਅਕਾਲ ਤਖਤ ਸਾਹਿਬ ਜੀ ਦੀ ਹਿਸਟਰੀ, ਉਹ ਕਿੱਦਾਂ ਬਣਿਆ, ਕਿੱਦਾਂ ਪੁਰਾਣੇ ਜੰਮੇ ਸਮੇਂ ਦੇ ਵਿੱਚ ਜਿਹੜੇ ਸਾਡੇ ਖਾਲਸੇ ਸਨ ਉਹ ਕਿੱਦਾਂ ਉਸ ਦੀ ਸੁਪਰੀਮਸੀ ਕਾਇਮ ਰੱਖਦੇ ਸਨ। ਇਹ ਸਾਰਾ ਇਹ ਸਬਜੈਕਟ ਸਤਿਕਾਰਯੋਗ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜਿਹਨਾਂ ਤੁਸੀਂ ਭਲੀਭਾਂਤ ਜਾਣਦੇ ਹੋ, ਉਹ ਸਾਡੇ ਕੋਲ ਖਾਸ ਤੌਰ 'ਤੇ ਖਾਸ ਕਰਕੇ ਇਸ ਸੈਮੀਨਾਰ 'ਤੇ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ 20 ਮਿੰਟ ਵਾਸਤੇ ਆ ਕੇ ਇਸ ਸਬਜੈਕਟ ਦੇ ਉੱਤੇ ਚਾਨਣ ਪਾਉਣਗੇ, ਹਿਸਟੋਰਿਕ ਡਿਵੈਲਪਮੈਂਟ ਆਫ ਸ਼੍ਰੀ ਅਕਾਲ ਤਖਤ ਸਾਹਿਬ ਐਜ਼ ਐਨ ਇੰਸਟੀਟਿਊਸ਼ਨ ਐਂਡ ਇਟਸ ਪ੍ਰੈਕਟਿਸ। ਡਾਕਟਰ ਉਦੋਕੇ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਔਰ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਅਜੀਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਸਾਹਿਬਾਨ ਵੱਲੋਂ ਬਾਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਮੈਨੂੰ ਵਿਸ਼ਾ ਦਿੱਤਾ ਗਿਆ ਹੈ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਣਾ ਇਤਿਹਾਸਕ ਨਜ਼ਰੀਏ ਦੇ ਵਿੱਚ, ਔਰ 18ਵੀਂ ਸਦੀ ਦੇ ਵਿੱਚ ਸਿੱਖ ਪੰਥ ਜਿਹੜਾ ਹੈ ਇਸ ਮੀਰੀ ਔਰ ਪੀਰੀ ਦੇ ਮਰਕਜ਼ ਤੋਂ ਨਾਲ ਜੁੜਿਆ ਹੋਇਆ ਜਾਂ ਫਿਰ ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਅਗਵਾਈ ਲੈਂਦਾ ਰਿਹਾ। ਇਹ ਫੈਸਲੇ ਜਿਹੜੇ ਨੇ ਗੁਰਮਤਿਆਂ ਦੇ ਰੂਪ ਦੇ ਵਿੱਚ ਸੰਗਤ 'ਚ ਕਿਵੇਂ ਪ੍ਰਵਾਹਿਤ ਹੁੰਦੇ ਰਹੇ। ਸੋ ਵਿਸ਼ਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹੈ। 20 ਮਿੰਟਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਹਿਮ ਤੱਥ ਨੇ ਉਹਨਾਂ ਨੂੰ ਜ਼ਰੂਰ ਛੋਇਆ ਜਾਵੇ, ਕਿਉਂਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਮੀਰੀ ਔਰ ਪੀਰੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸ਼ਕਤੀ ਅਤੇ ਭਗਤੀ ਦੀ ਗੱਲ ਕਰਦੇ ਹਾਂ, ਉਹਦੇ 'ਚ ਬਹੁਤ ਵੱਡਾ ਇੱਕ ਸਿਧਾਂਤ ਸਾਡਾ ਪਿਆ ਰਾਜ ਅਤੇ ਜੋਗ ਦਾ, ਜਿਹਨੂੰ ਮੀਰੀ ਅਤੇ ਪੀਰੀ ਦੇ ਰੂਪ 'ਚ ਵੀ ਅਸੀਂ ਗੱਲ ਕਹਿ ਸਕਦੇ ਹਾਂ। ਮੀਰੀ ਅਤੇ ਪੀਰੀ ਸ਼ਬਦ ਜਿਹੜਾ ਬੇਸ਼ੱਕ ਕਿ ਸਾਡੀ ਸਾਮੀ ਭਾਸ਼ਾਵਾਂ ਦੇ ਵਿੱਚੋਂ ਆਇਆ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹਦੀ ਵਰਤੋਂ ਹੋਈ ਹੈ। ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ। ਜਿਹੜਾ ਸਿੱਖ ਸੰਕਲਪ ਦੇ ਵਿੱਚ ਆਜ਼ਾਦ ਰਾਜਸੀ ਖਿੱਤੇ ਦੀ ਧਰਮ ਅਧੀਨ ਪ੍ਰਵਾਹਿਤ ਵਿਚਾਰਧਾਰਾ ਦੀ ਗੱਲ ਹੈ, ਉਹ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਗਮਨ ਦੇ ਨਾਲ ਜੋੜ ਕੇ ਕਹਿ ਦਿੱਤੀ ਹੈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੁਨੀਆ ਦੇ ਉੱਪਰ ਕੋਈ ਵੀ ਜਿਹੜਾ ਸਿੱਕਾ ਚੱਲਦਾ ਹੈ ਉਹਦੇ ਦੋ ਰੂਪ ਹੁੰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਿੱਕਾ ਜਾਰੀ ਕੀਤਾ ਉਹਦੇ ਉੱਪਰ ਦੋ ਆਲਮਾਂ ਦੀ ਗੱਲ ਕੀਤੀ ਹੈ, ਸਿੱਕਾ ਯਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਭਾਵ ਕਿ ਜਿਹੜਾ ਭਾਵੇਂ ਕਿ ਦੁਨਿਆਵੀ ਤੌਰ 'ਤੇ ਸਿੱਕਾ ਰਾਜਸੀ ਸੱਤਾ ਦਾ ਪ੍ਰਤੀਕ ਹੁੰਦਾ ਹੈ, ਪਰ ਗੁਰਮਤ ਵਿਚਾਰਧਾਰਾ ਦੇ ਅਧੀਨ ਜਿਹੜਾ ਰਾਜਸੀ ਸਿੱਕਾ ਪ੍ਰਵਾਹਿਤ ਹੁੰਦਾ ਹੈ ਜਾਂ ਜਿਹੜਾ ਪ੍ਰਸਾਰਿਤ ਹੁੰਦਾ ਹੈ, ਜਿਹੜਾ ਪ੍ਰਚਾਰਿਆ ਜਾਂਦਾ ਹੈ, ਜਿਹੜਾ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਹੁੰਦਾ ਹੈ, ਉਹ ਰਾਜ ਅਤੇ ਜੋਗ ਦੀ ਪਰਿਭਾਸ਼ਾ ਦਾ ਸੁਮੇਲ ਹੁੰਦਾ ਹੈ। ਉਸ ਨੂੰ ਇੱਕ ਦੂਜੇ ਤੋਂ ਜੁਦਾ ਕਰਕੇ ਨਹੀਂ ਵੇਖਿਆ ਜਾ ਸਕਦਾ। ਅਤੇ ਇਹ ਜਿਹੜੀ ਰਾਜ ਅਤੇ ਜੋਗ ਦੀ ਗੱਲ ਹੈ, ਭੱਟ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਨੇ, ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੇ ਵਿੱਚ ਬਾਬਰ ਦੀ ਪਾਪ ਕੀ ਜੰਜ ਨੂੰ ਇਸ ਰੂਪ ਦੇ ਵਿੱਚ ਸੰਬੋਧਿਤ ਕਰਦਿਆਂ ਹੋਇਆਂ ਇਸ ਗੱਲ ਦੀ ਨੀਂਹ ਰੱਖ ਦਿੱਤੀ ਕਿ ਸਿੱਖ ਧਰਮ ਕੇਵਲ ਮਾਲਾ ਜਪਣ ਵਾਲਿਆਂ ਦਾ ਧਰਮ ਨਹੀਂ, ਇਹ ਉਹ ਧਰਮ ਹੈ ਜਿਹੜਾ ਕਿਸੇ ਵੀ ਦੁਨਿਆਵੀ ਜ਼ਾਲਮ ਤਖਤ ਨੂੰ ਵੰਗਾਰ ਸਕਦਾ ਹੈ। ਸਿਧਾਂਤਕ ਜਾਂ ਵਿਚਾਰਧਾਰਕ ਤੌਰ 'ਤੇ ਜਦੋਂ ਅਕਾਲ ਤਖਤ ਸਾਹਿਬ ਅਜੇ ਇਮਾਰਤ ਦੇ ਰੂਪ 'ਚ ਨਹੀਂ ਸੀ ਸਿਰਜਿਆ ਗਿਆ, ਪਰ ਇਹ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜਾ ਸੀ ਉਹ ਪ੍ਰਗਟ ਹੋ ਗਿਆ, ਇਹ ਪੈਦਾ ਹੋ ਗਿਆ। ਇਸ ਨੂੰ ਅਕਾਲ ਬੁੰਗੇ ਦੇ ਰੂਪ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਢਾਡੀ ਨੱਥਮਲ ਅਤੇ ਅਬਦੁੱਲਾ, ਜਿਨ੍ਹਾਂ ਦਾ ਜ਼ਿਕਰ ਗੁਲਸ਼ਨ ਸਾਹਿਬ ਨੇ ਬਾਖੂਬੀ ਕਰ ਹੀ ਦਿੱਤਾ ਹੈ, ਉਹਨਾਂ ਨੇ ਜਿਹੜੀ ਉਦੋਂ ਵਾਰ ਪੜ੍ਹੀ ਸੀ, ਉਸ ਵਾਰ ਦੇ ਵਿੱਚ ਜਿਹੜਾ ਮੀਰੀ ਅਤੇ ਪੀਰੀ ਦਾ ਸੰਕਲਪ ਪ੍ਰਕਾਸ਼ਮਾਨ ਹੋ ਰਿਹਾ ਹੈ ਉਹ ਬੜਾ ਵੱਖਰਾ ਹੈ। ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ,
ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਇਹਦੇ ਵਿੱਚੋਂ ਜਿਹੜਾ ਸਿੱਖਾਂ ਦੇ ਮੀਰੀ ਤੇ ਪੀਰੀ ਦਾ ਸੰਕਲਪ ਪ੍ਰਕਾਸ਼ਮਾਨ ਹੁੰਦਾ ਹੈ, ਉਹ ਦੁਨੀਆ ਦੇ ਉਹਨਾਂ ਤਖਤਾਂ ਵਾਸਤੇ ਵੰਗਾਰ ਹੈ ਜਿਹੜੇ ਦੁਨਿਆਵੀ ਤੌਰ ਦੇ ਉੱਪਰ ਕਿਸੇ ਨਾ ਕਿਸੇ ਮਾਸੂਮੀਅਤ ਜਾਂ ਘੱਟ ਗਿਣਤੀ ਕੌਮ ਦੇ ਘਾਣ ਦੇ ਉੱਪਰ ਖੜੇ ਨੇ, ਔਰ ਇੱਥੋਂ ਸੱਚ ਦੀ ਆਵਾਜ਼ ਜਿਹੜੀ ਉਹ ਆ ਰਹੀ ਹੈ। ਇਹੀ ਫਰਕ ਹੈ ਮੀਰੀ ਤੇ ਪੀਰੀ ਦੇ ਮਰਕਜ਼ ਦੇ ਵਿੱਚ ਤੇ ਦੁਨਿਆਵੀ ਤਖਤਾਂ ਦੇ ਵਿੱਚ, ਜਿਸ ਕਰਕੇ ਇਸ ਤਖਤ ਨੂੰ ਜਿਹੜਾ ਸੀ ਉਹ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਗਿਆ। ਇਸ ਤੋਂ ਅਗਲੀ ਗੱਲ ਆ ਜਾਂਦੀ ਹੈ ਗੁਰੂ ਕਾਲ ਤੋਂ ਬਾਅਦ ਦੇ ਵਿੱਚ। ਵੈਸੇ ਜਦੋਂ ਅਸੀਂ ਗੁਰੂ ਕਾਲ ਦੇ ਸਮੇਂ ਗੱਲ ਕਰਦੇ ਹਾਂ ਤਾਂ ਲਿਖਤੀ ਤੌਰ 'ਤੇ ਸਾਡੇ ਕੋਲ ਜਿੰਨੀਆਂ ਹਸਤ ਲਿਖਤ ਜਿਹੜੀਆਂ ਸਿੱਖ ਕੌਮ ਦੇ ਕੋਲ ਸਾਂਭੀਆਂ ਪਈਆਂ ਨੇ, ਉਹਨਾਂ ਦੇ ਵਿੱਚ ਕਰੀਬ ਗੁਰੂ ਹਰਗੋਬਿੰਦ ਸਾਹਿਬ ਦੀਆਂ 2, ਗੁਰੂ ਤੇਗ ਬਹਾਦਰ ਸਾਹਿਬ ਦੇ 22, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 34, ਬਾਬਾ ਬੰਦਾ ਸਿੰਘ ਬਹਾਦਰ ਦੇ 2, ਔਰ ਉਸ ਤੋਂ ਬਾਅਦ ਦੇ 2 ਹੁਕਮਨਾਮੇ ਸਾਡੀਆਂ ਲਿਖਤਾਂ ਦੇ ਵਿੱਚ ਆਪਣੇ ਆਪ ਸਾਡੇ ਸ਼ਬਦਕੋਸ਼ ਦਾ ਸ਼ਿੰਗਾਰ ਨੇ, ਇੱਕ ਪਟਨਾ ਸਾਹਿਬ ਦਾ ਔਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦਾ। ਜਿਹੜਾ ਅਕਾਲ ਤਖਤ ਸਾਹਿਬ ਦਾ ਪੁਰਾਤਨ ਹੁਕਮਨਾਮਾ, ਉਹਦੇ 'ਚ ਲਿਖਿਆ ਹੁਕਮਨਾਮਾ ਖਾਲਸਾ ਜੀਓ ਕਾ। ਇਹਦਾ ਮਤਲਬ ਸਮਝਣ ਦੀ ਲੋੜ ਹੈ ਕਿ ਬੇਸ਼ੱਕ ਮੀਰੀ ਔਰ ਪੀਰੀ ਦੀ ਵਿਚਾਰਧਾਰਾ ਪ੍ਰਕਾਸ਼ਮਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਵੰਗਾਰ ਕੇ ਕਰ ਦਿੱਤੀ, ਔਰ ਸਮੁੱਚੀ ਰਈਅਤ ਦੇ ਵਾਸਤੇ ਵੀ ਇਹ ਸੰਕਲਪ ਦ੍ਰਿੜ ਕਰ ਦਿੱਤਾ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਰ ਉਸ ਦੇ ਨਾਲ ਨਾਲ ਹੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ, ਜਿਹਨੂੰ ਉਹਨਾਂ ਸਮਿਆਂ 'ਚ ਸਾਡੇ ਪੁਰਾਤਨ ਸਰੋਤਾਂ 'ਚ ਅਕਾਲ ਬੁੰਗਾ ਸ਼ਬਦ ਵੀ ਆਉਂਦਾ ਹੈ, ਜਦੋਂ ਉਸ ਨੂੰ ਪ੍ਰਗਟ ਕੀਤਾ ਗਿਆ ਤਾਂ ਇਹ ਪ੍ਰਗਟ ਕੀਤਾ ਹੋਇਆ ਤਖਤ ਕੇਵਲ ਤੇ ਕੇਵਲ ਇਮਾਰਤ ਨਹੀਂ ਸੀ, ਕੇਵਲ ਤੇ ਕੇਵਲ ਕਿਸੇ ਮਨੁੱਖ ਦੇ ਨਾਲ ਜੁੜਿਆ ਹੋਇਆ ਨਹੀਂ ਸੀ। ਇਹ ਸਾਡੀ ਗੁਰਮਤ ਵਿਚਾਰਧਾਰਾ ਦਾ ਉਹ ਜਲਾਲੀ ਤੇ ਸਿਖਰ ਰੂਪ ਸੀ ਜਿਹੜਾ ਕਿ ਆਜ਼ਾਦ ਰਾਜਸੀ ਸੱਤਾ ਦਾ ਪ੍ਰਤੀਕ ਹੈ, ਜਿਹੜੀ ਧਾਰਮਿਕ ਵਿਚਾਰਧਾਰਾ ਦੇ ਦਾਇਰੇ ਦੇ ਅਧੀਨ ਪ੍ਰਵਾਹਿਤ ਹੁੰਦੀ ਹੈ। ਸੋ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਿੱਖ ਦੀ ਉਸ ਮੀਰੀ ਔਰ ਪੀਰੀ ਦੀ ਵਿਚਾਰਧਾਰਾ ਦਾ ਮਰਕਜ਼ ਹੈ। ਜੇ ਮਹਿਜ਼ ਕੇਵਲ ਇਮਾਰਤ ਹੁੰਦੀ ਤਾਂ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਉਣ ਦੇ ਵਾਸਤੇ ਹੁਣ ਤੱਕ ਬਹੁਤ ਹਮਲੇ ਹੋਏ ਨੇ, ਪਰ ਇਮਾਰਤਾਂ ਢਾਉਣ ਦੇ ਨਾਲ ਤਖਤ ਦੀ ਵਿਚਾਰਧਾਰਾ ਨੂੰ ਨੁਕਸਾਨ ਨਹੀਂ ਹੁੰਦਾ। ਤਖਤ ਦੀ ਵਿਚਾਰਧਾਰਾ ਜਿਹੜੀ ਹੈ ਉਦੋਂ ਨੁਕਸਾਨੀ ਜਾਂਦੀ ਹੈ ਜਦੋਂ ਅਸੀਂ ਇਸ ਤਖਤ ਦਾ ਅਦਬ ਸਤਿਕਾਰ ਕਰਨਾ ਛੱਡ ਦਿੰਦੇ ਹਾਂ, ਜਦੋਂ ਅਸੀਂ ਇਸ ਵਿਚਾਰਧਾਰਾ ਤੋਂ ਦੂਰ ਚਲੇ ਜਾਂਦੇ ਹਾਂ। 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖਾਂ ਵੱਲੋਂ ਫੈਸਲੇ ਲਏ ਜਾਂਦੇ ਸੀ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ 2 ਰੂਪ ਨੇ ਜਿਨ੍ਹਾਂ ਨੂੰ ਬੜੀ ਅਹਿਮੀਅਤ ਦੇ ਨਾਲ ਸਮਝਣ ਦੀ ਲੋੜ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਉਸ ਸ਼ਹਾਦਤ ਦੇ ਸਮੇਂ ਤੱਕ ਭਾਈ ਮਨੀ ਸਿੰਘ ਜੀ ਤਕਰੀਬਨ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਨੇ। ਉਦੋਂ ਅਜੇ ਉਹਨਾਂ ਦੇ ਵਾਸਤੇ ਸਾਡੇ ਪੁਰਾਤਨ ਸਰੋਤਾਂ ਦੇ ਵਿੱਚ ਜਥੇਦਾਰ ਸ਼ਬਦ ਨਹੀਂ ਆਇਆ। ਗਿਆਨੀ ਗਿਆਨ ਸਿੰਘ ਹੁਣਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਪ੍ਰਜਾਰੀਅਨ ਕੇ ਮੱਧ ਵੱਡੇ ਪੁਜਾਰੀ ਇਹ ਸ਼ਬਦ ਵਰਤਿਆ। ਜਿਹੜਾ ਜਥੇਦਾਰ ਸ਼ਬਦ ਹੈ ਸਾਡੇ ਪੁਰਾਤਨ ਸਰੋਤਾਂ ਦੇ ਵਿੱਚ ਕੇਵਲ ਤੇ ਕੇਵਲ 18ਵੀਂ ਸਦੀ ਦੇ ਸਮੇਂ ਦੇ ਮੁੱਢਲੇ ਸਮੇਂ ਦੇ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਸਾਨੂੰ ਮਿਲਦਾ ਹੈ। ਜਿਸ ਵੇਲੇ 1726 ਦੇ ਵਿੱਚ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ ਤਾਂ ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਜਿਹੜਾ ਖਾਲਸਾ ਪੰਥ ਹੈ, ਭਾਵੇਂ ਕਿ ਉਸ ਸਮੇਂ ਤੱਕ ਇਸ ਅਵਸਥਾ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਵਿਚਰ ਰਿਹਾ ਹੈ ਕਿ ਸਿਰਾਂ ਦੇ ਮੁੱਲ ਪੈ ਰਹੇ ਨੇ, ਪਰ ਫਿਰ ਵੀ ਪੰਥ ਇਕੱਠਾ ਹੋ ਕੇ ਇੱਕ ਗੁਰਮਤਾ ਕਰਦਾ ਹੈ। ਉਸ ਗੁਰਮਤੇ ਬਾਰੇ ਜਿਹੜੇ ਸ਼ਬਦ ਨੇ ਉਹ ਹੈ ਅਕਾਲ ਬੁੰਗੇ ਚੜ ਤਖਤ ਬਏ ਹੈ, ਮਿਲ ਕਰ ਗੁਰਮਤੇ ਮਤੈ ਕਰੇ ਹੈ। ਹੁਣ ਉੱਥੇ ਭਾਵ ਹੈ ਕਿ ਸਿੱਖ ਜਿਹੜੇ ਨੇ ਉਹ ਗੁਰੂ ਦੀ ਮੀਰੀ ਤੇ ਪੀਰੀ ਦੀ ਵਿਚਾਰਧਾਰਾ ਦੇ ਮਰਕਜ਼ ਦੇ ਉੱਪਰ ਇਕੱਠੇ ਹੁੰਦੇ ਨੇ, ਔਰ ਉੱਥੇ ਉਸ ਸਮੇਂ ਖਾਲਸਾ ਪੰਥ ਵੱਲੋਂ ਬਾਬਾ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ 3 ਫੈਸਲੇ ਲਏ ਜਾਂਦੇ ਨੇ। ਇਹ ਫੈਸਲੇ ਕਿਵੇਂ ਲਏ ਗਏ ਇਹਨਾਂ ਦੇ ਬਾਰੇ ਬਾਅਦ 'ਚ ਵਿਚਾਰ ਕਰਦੇ ਹਾਂ, ਪਰ ਇਹ ਜਿਹੜੇ 3 ਫੈਸਲੇ ਲਏ ਗਏ ਇਹ ਆਪਣੇ ਆਪ 'ਚ ਬਹੁਤ ਵੱਡੀ ਅਹਿਮੀਅਤ ਰੱਖਦੇ ਨੇ। ਪਹਿਲਾ ਫੈਸਲਾ ਤਾਂ ਇਹ ਸੀ ਕਿ ਇਸ ਸਮੇਂ ਦੌਰਾਨ, ਇਹ ਸਭ ਤੋਂ ਵੱਡਾ ਜੇਕਰ ਸਿੱਖਾਂ ਦਾ ਸਿਧਾਂਤਕ ਤੌਰ 'ਤੇ ਜੇ ਵੇਖਿਆ ਜਾਈਏ ਤਾਂ ਬੜੀ ਚੜ੍ਹਦੀ ਕਲਾ ਦਾ ਸਮਾਂ ਹੈ, ਅਤੇ ਜੇਕਰ ਕਤਲੇਆਮ ਦੇ ਰੂਪ 'ਚ ਵੇਖਿਆ ਜਾਵੇ ਤਾਂ ਸੱਚ ਜਾਣਿਓ ਇੱਕ ਐਸਾ ਸਮਾਂ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਚੁੱਕੇ ਨੇ, ਬਾਬਾ ਬੰਦਾ ਸਿੰਘ ਬਹਾਦਰ ਪੰਜਾਬ 'ਚ ਆਉਂਦਾ ਹੈ, ਸਰਹੰਦ ਦੇ ਉੱਪਰ ਆਪਣਾ ਰਾਜ ਕਾਇਮ ਕਰਦਾ ਹੈ,
ਉਸ ਰਾਜਸੀ ਸ਼ਕਤੀ ਦਾ ਜਿਹੜਾ ਪ੍ਰਵਾਹਿਤ ਹੋਣਾ ਉਹ ਗੁਰਮਤਿ ਵਿਚਾਰਧਾਰਾ ਦੇ ਇੰਨਾ ਅਨੁਕੂਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਮੋਹਰ ਦੇ ਉੱਪਰ ਇੱਕ ਗੱਲ ਲਿਖੀ ਹੈ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹ ਦੇਗ ਤੇ ਤੇਗ ਕੇਵਲ ਭਾਂਡੇ ਤੇ ਕਿਰਪਾਨ ਤੱਕ ਸੀਮਤ ਗੱਲ ਨਹੀਂ ਹੈ, ਬਲਕਿ ਇਹ ਸਿੱਖਾਂ ਦੀ ਆਰਥਿਕ ਤੇ ਰਾਜਸੀ ਸ਼ਕਤੀ ਨੂੰ ਸੰਕੇਤ ਰੂਪ ਦੇ ਵਿੱਚ ਪ੍ਰਗਟ ਕਰਦੀ ਹੈ ਕਿ ਸਾਡਾ ਦੇਗ ਤੇ ਤੇਗ ਦਾ ਸੰਕਲਪ ਜਿਹੜਾ ਹੈ ਕੇਵਲ ਭਾਂਡੇ ਤੇ ਕਿਰਪਾਨ ਤੱਕ ਨਹੀਂ ਹੈ, ਇਹ ਸਾਡੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਰਾਜਸੀ ਦਹਿ ਦਿਸਿਆਂ ਤੱਕ ਜੁੜਿਆ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਦੇ ਸ਼ਬਦ ਨੇ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਉਹਦੇ ਸਿੱਕੇ ਦੇ ਉੱਪਰ ਆਪਣੀ ਬਾਦਸ਼ਾਹਤ ਦੀ ਗੱਲ ਨਹੀਂ ਹੈ, ਉਸਨੇ ਲਿਖਿਆ ਸਿੱਕਾ ਯਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ। ਗੁਰੂ ਨਾਨਕ ਸਾਹਿਬ ਦੀ ਤੇਗ, ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਦੀ ਤੇਗ ਹੈ, ਉਹਦੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਜ ਹੈ, ਉਹਦੇ ਰਾਜ ਦੇ ਜਿਹੜੇ ਰਾਜਸੀ ਪ੍ਰਕਰਣ ਤੇ ਅਸੂਲ ਨੇ ਉਹ ਪ੍ਰਕਾਸ਼ਮਾਨ ਹੋ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ। ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਸਰਹੰਦ ਫਤਿਹ ਤੋਂ ਬਾਅਦ ਤੇ 9 ਜੂਨ 1716, ਅੱਜ ਤਰੀਕਾਂ ਦੀ ਬਦਲੀ ਦੇ ਅਨੁਸਾਰ 25 ਤੇ 26 ਜੂਨ 1716 ਨੂੰ ਅਸੀਂ ਮਨਾ ਰਹੇ ਹਾਂ ਉਹਨੂੰ ਮੰਨ ਕੇ, ਪਰ 9 ਜੂਨ 1716 ਤੱਕ ਬਹਾਦਰ ਸ਼ਾਹ ਤੋਂ ਲੈ ਕੇ ਫਰਖਸੀਅਰ ਤੱਕ ਇੱਕ ਨਹੀਂ ਬਲਕਿ 6 ਵਾਰੀ ਇਹ ਹੁਕਮ ਜਾਰੀ ਹੋ ਚੁੱਕੇ ਨੇ ਕਿ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਉਸ ਦਾ ਸਿਰ ਕਤਲ ਕਰਕੇ ਲਿਆਉਣ ਵਾਲੇ ਦੇ ਵਾਸਤੇ ਵੱਖਰਾ ਨਾਮ ਹੈ, ਉਹਦੀ ਮੁਖਬਰੀ ਦੇ ਕਰਨ ਵਾਲੇ ਵਾਸਤੇ ਵੱਖਰਾ ਨਾਮ ਹੈ। ਗੱਲ ਕਿ ਜਨਤਕ ਤੌਰ ਤੇ ਕੌਮ ਦੇ ਕਤਲੇਆਮ ਦੇ ਹੁਕਮ ਜਾਰੀ ਹੋਏ ਨੇ, ਪਰ ਇਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਵਿੱਚ ਦ੍ਰਿੜਤਾ, ਸਿੱਖਾਂ ਦਾ ਆਪਣੇ ਅਕੀਦੇ ਪ੍ਰਤੀ ਸਮਰਪਣ ਤੇ ਸਿੱਖ ਦੀ ਵਿਚਾਰਧਾਰਾ ਕਿੰਨੀ ਪਰਪੱਕ ਹੋਵੇਗੀ ਕਿ 17 ਸਾਲ ਦਾ ਸਮਾਂ ਹੈ, ਕੇਵਲ 17 ਸਾਲ ਦਾ ਸਮਾਂ। 1716 ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਜਨਤਕ ਤੌਰ ਤੇ ਸਿੱਖਾਂ ਦੇ ਕਤਲੇਆਮ ਦੇ ਹੁਕਮਨਾਮੇ, ਤੇ ਮਾਰਚ 1733 ਦੇ ਵਿੱਚ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਹੋ ਜਾਂਦੀ ਹੈ। ਔਰ ਉਹ ਨਵਾਬੀ ਦੀ ਪੇਸ਼ਕਸ਼ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਕੋਈ ਛੋਟੀ ਨਵਾਬੀ ਨਹੀਂ ਹੈ। ਉਹਦੇ ਵਿੱਚ 3 ਪਰਗਣਿਆਂ ਦੀ ਜਿਹੜੀ ਹੈ ਜ਼ਗੀਰ ਸ਼ਾਮਲ ਹੈ, ਉਹਦੇ ਵਿੱਚ ਖਿੱਲਤ ਸ਼ਾਮਲ ਹੈ, ਉਹਦੇ 'ਚ ਸ਼ਾਹੀ ਪੋਸ਼ਾਕ ਹੈ, ਉਹਦੇ 'ਚ ਸ਼ਾਹੀ ਤੇਗ ਹੈ, ਔਰ 1 ਲੱਖ ਜਿਹੜਾ ਨਜ਼ਰਾਨਾ ਹੈ ਉਹ ਹਕੂਮਤ ਵੱਲੋਂ ਸਿੱਖਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਪਰ ਜਿਹੜਾ ਸਿੱਖ ਦਾ ਉਸ ਵੇਲੇ ਕਿਰਦਾਰ ਆ ਰਿਹਾ ਸਾਹਮਣੇ, ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਦਾ ਹੋਇਆ ਉੱਥੇ ਗੁਰੂ ਦੀ ਗੋਦ ਦੇ ਵਿੱਚ ਬੈਠਾ ਹੈ ਤੇ ਦੁਨਿਆਵੀ ਤਖਤ ਦੇ ਵੱਲੋਂ ਜਿਹੜੀ ਉਸ ਨੂੰ ਪੇਸ਼ਕਸ਼ ਆ ਰਹੀ ਹੈ, ਉੱਥੇ ਸਿੱਖ ਦਾ ਕਿਰਦਾਰ ਕਿੰਨਾ ਉੱਚਾ ਹੈ। ਸਿੱਖ ਦਾ ਜਥੇਦਾਰ ਕਹਿ ਰਿਹਾ ਦਰਬਾਰਾ ਸਿੰਘ, ਪਾਤਸ਼ਾਹੀ ਛੱਡ ਕਿਮ ਲਿਵੇਂ ਨਵਾਬੀ, ਇਤ ਉਤ ਕਿਮ ਹਮ ਕਰੇ ਖਰਾਬੀ। ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੈ, ਇਸ ਪਾਤਸ਼ਾਹੀ ਨੂੰ ਛੱਡ ਕੇ ਅਸੀਂ ਇੱਕ ਦੁਨਿਆਵੀ ਰਾਜੇ ਦੇ ਕੋਲੋਂ ਨਵਾਬੀ ਕਿਉਂ ਲਈਏ। ਜੇ ਕੌਮ ਦੇ ਇੱਕ ਹੋਰ ਨੌਜਵਾਨ ਨੂੰ ਕਿਹਾ ਜਾਂਦਾ ਸੇਵਾਦਾਰ ਨੂੰ, ਤੂੰ ਨਵਾਬੀ ਲੈ, ਉਹ ਕਹਿੰਦਾ ਹਮ ਕੋ ਲੋੜ ਨਵਾਬੀ ਨਹੀਂ, ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਜਿਸ ਪਾਤਸ਼ਾਹੀ ਦਾ ਦਾਵਾ ਆਪਣੇ ਮਨ ਦੇ ਵਿੱਚ ਸੰਕਲਪ ਕਰ ਲਿਆ, ਅਸੀਂ ਤਾਂ ਉਸ ਸੰਸਾਰ ਦੇ ਪੱਧਰ ਦੇ ਉੱਪਰ ਵਿਸ਼ਵ ਵਿਆਪੀ ਪਾਤਸ਼ਾਹੀ ਦੀ ਗੱਲ ਕਰਦੇ ਹਾਂ। ਅਸੀਂ ਇਸ ਨਵਾਬੀ ਨੂੰ ਕਬੂਲ ਨਹੀਂ ਕਰਦੇ, ਹਮ ਕੋ ਲੋੜ ਨਵਾਬੀ ਨਹੀਂ। ਪਰ ਜਿਹੜਾ ਉਸ ਵੇਲੇ ਪੰਥ ਵੱਲੋਂ ਫੈਸਲਾ ਲਿਆ ਜਾਂਦਾ ਹੈ, ਉਸ ਫੈਸਲੇ ਦੇ ਅਨੁਸਾਰ ਸਰਦਾਰ ਕਪੂਰ ਸਿੰਘ ਨੂੰ ਜਿਹੜੀ ਹੈ ਉਹ ਨਵਾਬੀ ਦੀ ਖਿੱਲਤ ਬਖਸ਼ੀ ਜਾਂਦੀ ਹੈ। ਤੇ ਇਹ ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਹੈ ਕਿ ਇੱਕ ਕੌਮ ਦਾ ਸੇਵਾਦਾਰ ਕੌਮ ਦਾ ਨਵਾਬ ਬਣ ਰਿਹਾ ਤੇ ਨਵਾਬ ਬਣਨ ਤੋਂ ਪਹਿਲਾਂ ਉਹ ਸ਼ਰਤਾਂ ਰੱਖ ਰਿਹਾ। ਉਹਦੀ ਪਹਿਲੀ ਸ਼ਰਤ ਹੈ ਕਿ ਮੈਂ ਤਖਤ ਲਗਾ ਕੇ ਨਹੀਂ ਬੈਠਣਾ, ਉਹਦੀ ਦੂਸਰੀ ਸ਼ਰਤ ਹੈ ਕਿ ਮੈਂ ਆਪਣੇ ਸਿਰ ਤੇ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਕਰਨਾ ਕਿ ਨਵਾਬ ਹੈ, ਤੀਸਰੀ ਗੱਲ ਕਿ ਮੈਂ ਸੰਗਤ ਦੇ ਤੇ ਸਿੱਖਾਂ ਦੇ ਘੋੜਿਆਂ ਦੀ ਤੇ ਸੰਗਤ ਦੇ ਵਿੱਚ ਪੱਖਾ ਚੱਲਣ ਦੀ ਜਿਹੜੀ ਸੇਵਾ ਹੈ ਉਹਨੂੰ ਨਹੀਂ ਛੱਡਣਾ। ਇਹ ਸਿੱਖ ਦਾ ਉਸ ਵੇਲੇ ਦਾ ਕਿਰਦਾਰ ਹੈ। ਪਰ ਉਦੋਂ ਜਿਹੜੇ ਫੈਸਲੇ ਲਏ ਜਾਂਦੇ ਨੇ, ਕੁਝ ਫੈਸਲੇ ਤੇ ਅਕਾਲ ਤਖਤ ਸਾਹਿਬ ਤੋਂ ਲਏ ਗਏ, ਜਿਸ ਤਰ੍ਹਾਂ ਕਿ ਉਦੋਂ 3 ਫੈਸਲੇ ਲਏ ਗਏ, ਮੁਖਬਰਾਂ ਨੂੰ ਸੁੱਧਣਾ, ਦੂਸਰਾ ਫੈਸਲਾ ਸੀ ਕਿ ਸ਼ਾਹੀ ਖਜ਼ਾਨੇ ਨੂੰ ਲੁੱਟਣਾ, ਤੀਸਰਾ ਫੈਸਲਾ ਸੀ ਕਿ ਸ਼ਾਹੀ ਤਬੇਲਿਆਂ ਨੂੰ ਲੁੱਟਣਾ। ਸਿੰਘਾਂ ਦੇ ਕੋਲ ਹਥਿਆਰ ਚਾਹੀਦੇ ਨੇ, ਮਾਇਕੀ ਤੌਰ ਤੇ ਮਜ਼ਬੂਤ ਹੋਣਾ ਹੈ, ਤੇ ਤੀਸਰੀ ਗੱਲ ਹੈ ਕਿ ਜਿਹੜੇ ਮੁਖਬਰ ਨੇ ਉਹਨਾਂ ਦੀ ਸਦਾਈ ਕਰਨੀ ਹੈ। ਹੁਣ ਇਸ ਹੁਕਮਨਾਮੇ ਦੇ ਨਜ਼ਰੀਏ ਦੇ ਵਿੱਚ ਜਾਂ ਇਸ ਸੰਦੇਸ਼ ਦੇ ਨਜ਼ਰੀਏ ਦੇ ਵਿੱਚ ਅਸੀਂ ਇੱਕ ਗੱਲ ਨੂੰ ਵਾਚਣਾ ਹੈ ਜਿਹੜੀ ਅੱਜ ਸਾਡੇ ਤੇ ਉੱਪਰ ਬਹੁਤ ਅਸਰਅੰਦਾਜ਼ ਹੈ। ਇੱਕ ਇਹਦੇ ਵਿੱਚ ਸਿੱਖਾਂ ਦੇ ਵੱਲੋਂ ਗੁਰਮਤਾ ਕਰਕੇ ਫੈਸਲਾ ਲਿਆ ਗਿਆ। ਉਹ ਫੈਸਲਾ ਲਿਆ ਗਿਆ ਜਿਹੜੀ ਗੁਰਮਤਾ ਕਰਨ ਦੀ ਵਿਧੀ ਜਿਹੜੀ ਸੀ ਉਹਦੇ ਅਨੁਸਾਰ ਫੈਸਲਾ ਸੀ ਕਿ ਅਸੀਂ ਸ਼ਾਹੀ ਖਜ਼ਾਨੇ ਨੂੰ ਲੁੱਟਣਾ। ਨਵਾਬ ਕਪੂਰ ਸਿੰਘ ਤੇ ਸਰਦਾਰ ਕਰਮ ਸਿੰਘ ਹੁਣਾਂ ਨੇ ਹਰਗੋਬਿੰਦਪੁਰ ਦੇ ਨੇੜੇ
ਇੱਕ ਸ਼ਾਹੀ ਖਜ਼ਾਨਾ ਲੁੱਟਿਆ। ਜਦੋਂ ਸ਼ਾਹੀ ਖਜ਼ਾਨਾ ਲੁੱਟ ਰਹੇ ਸੀ ਤਾਂ ਉਸ ਵੇਲੇ ਉਸ ਸ਼ਾਹੀ ਖਜ਼ਾਨੇ ਦਾ ਮਾਲਕ ਜਿਹੜਾ ਸੀ ਉਹ ਭੱਜ ਕੇ ਕਿਸੇ ਦੇ ਘਰ 'ਚ ਵੜ ਗਿਆ। ਉਹਦੇ ਕੁਝ ਨੌਕਰ ਫੜੇ ਗਏ। ਜਦੋਂ ਸਾਰਾ ਖਜ਼ਾਨਾ ਲੁੱਟ ਲਿਆ, ਇਹ ਸਰਦੀਆਂ ਦੇ ਦਿਨ ਨੇ, 1727 ਦੇ ਦਸੰਬਰ ਦੀ ਗੱਲ ਹੈ, ਤੇ ਖਾਲਸਾ ਪੰਥ ਦੇ ਉਹ ਹਾਲ ਨੇ ਉਹਨਾਂ ਸਮਿਆਂ ਦੇ ਵਿੱਚ, ਤਨ ਤੇ ਕੋਈ ਕੱਪੜਾ ਨਹੀਂ, ਸਰਦੀਆਂ ਦੇ ਦਿਨ ਤਨ ਤੇ ਕੋਈ ਕੱਪੜਾ ਨਹੀਂ, ਪਰ ਜਿਹੜਾ ਮਾਲ ਲੁੱਟਿਆ ਗਿਆ ਉਹ ਲਦਾਖ ਤੋਂ ਤੇ ਕਸ਼ਮੀਰ ਤੋਂ ਆ ਰਹੇ ਪਸ਼ਮੀਨੇ ਦੇ ਸ਼ਾਲ ਨੇ। ਹੁਣ ਕੌਮ ਦੇ ਜਥੇਦਾਰ, ਕੌਮ ਦੇ ਸਿਪਾਹੀ ਸਰਦੀਆਂ ਦੇ ਵਿੱਚ ਨੰਗੇ ਪਿੰਡੇ ਨੇ, ਤੇ ਜਿਹੜਾ ਮਾਲ ਲੁੱਟਿਆ ਗਿਆ ਹੈ ਉਹਦੇ ਵਿੱਚ ਕੰਬਲ ਨੇ, ਗੰਢਾਂ ਖੋਲੀਆਂ ਗਈਆਂ, ਤੇ ਅਖੀਰ ਇੱਕ ਨੌਕਰ ਨੂੰ ਪੁੱਛਿਆ ਕਿ ਇਹ ਮਾਲ ਹੈ ਕਿਸ ਦਾ। ਉਹਨਾਂ ਕਿਹਾ ਜੀ ਸੇਠ ਪ੍ਰਤਾਪ ਚੰਦ ਦਾ ਮਾਲ ਹੈ, ਸਿਆਲਕੋਟ ਤੋਂ ਲੈ ਕੇ ਆ ਰਹੇ ਸੀ ਤੇ ਦਿੱਲੀ ਬਾਦਸ਼ਾਹ ਦਰਬਾਰ ਦੇ ਵਿੱਚ ਵੇਚਣਾ ਸੀ। ਤੇ ਕੌਮ ਦਾ ਜਥੇਦਾਰ ਉਸ ਵੇਲੇ ਸਰਦਾਰ ਕਰਮ ਸਿੰਘ ਪੁੱਛਦਾ ਹੈ ਕਿ ਕੀ ਇਹਨਾਂ ਸਾਰੀ ਮਾਇਆ ਦੀ ਵਸੂਲੀ ਹੋ ਚੁੱਕੀ ਹੈ ਤੁਹਾਨੂੰ? ਉਹਨਾਂ ਕਿਹਾ ਜੀ ਨਹੀਂ, ਅਜੇ ਵਸੂਲੀ ਨਹੀਂ ਹੋਈ, ਅਸੀਂ ਮਾਲ ਉੱਥੇ ਦੇਣਾ ਸੀ, ਫਿਰ ਸਾਨੂੰ ਇਹਦੇ ਪੈਸੇ ਮਿਲਣੇ ਸੀ। ਇੱਥੇ ਭਾਵੇਂ ਮੈਂ ਦੁਬਾਰਾ ਗੱਲ ਕੀਤੀ ਸੀ ਕਿ ਜਿਹੜੇ ਸੰਦੇਸ਼ ਹੁਕਮਨਾਮੇ, ਤੇ ਉਹਨਾਂ ਨੂੰ ਇਸ ਰੂਪ 'ਚ ਵੇਖਣਾ ਚਾਹੀਦਾ ਹੈ ਕਿ ਹੁਕਮ ਸੀ ਸ਼ਾਹੀ ਖਜ਼ਾਨਾ ਲੁੱਟਣਾ ਹੈ, ਤੇ ਸਿੱਖ ਖਾਲਸਾ ਪੰਥ ਦੇ ਹੁਕਮ ਦਾ ਕਿੰਨਾ ਪਾਬੰਦ ਹੈ। ਕੌਮ ਦੇ ਜਥੇਦਾਰ ਨੇ ਉਸੇ ਵੇਲੇ ਸਿੱਖਾਂ ਨੂੰ ਇਕੱਠਾ ਕੀਤਾ, ਜਥੇਦਿਆਂ ਨੂੰ, ਕਹਿੰਦੇ ਕਿ ਜਿਸ ਸੇਠ ਦਾ ਖਜ਼ਾਨਾ ਲੁੱਟਿਆ ਉਸ ਸੇਠ ਨੂੰ ਅਜੇ ਸ਼ਾਹੀ ਦਰਬਾਰ ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਮਿਲਿਆ, ਜਿਹੜਾ ਉਹਦਾ ਸਮਾਨ ਲੁੱਟਿਆ ਉਸੇ ਤਰ੍ਹਾਂ ਬੰਨ੍ਹ ਦਿਓ। ਇਤਿਹਾਸ ਦੇ ਵਿੱਚ ਇੱਕ ਬੜੀ ਵਿਲੱਖਣ ਉਦਾਹਰਨ ਹੈ ਕਿ ਸਾਰਾ ਸਮਾਨ ਬੰਨ੍ਹਿਆ ਗਿਆ, ਸਾਰਾ ਸੇਠ ਪ੍ਰਤਾਪ ਚੰਦ ਨੂੰ ਵਾਪਸ ਦਿੱਤਾ ਗਿਆ, ਤੇ ਜਦੋਂ ਉਸ ਨੇ ਜਾ ਕੇ ਦਿੱਲੀ ਦੇ ਸ਼ਾਹ ਨੂੰ ਦਿੱਤਾ ਤੇ ਉਹ ਸਮਾਨ ਓਨਾ ਹੀ ਨਿਕਲਿਆ ਜਿੰਨਾ ਉਹ ਲੇਹ ਲਦਾਖ ਤੇ ਜੰਮੂ ਕਸ਼ਮੀਰ ਤੋਂ ਲੈ ਕੇ ਤੁਰਿਆ ਸੀ। ਇੱਕ ਚਾਦਰ ਵੀ ਕਿਸੇ ਸਿੱਖ ਨੇ ਨਹੀਂ ਲਈ। ਕਿ ਸਿੱਖ ਕਿਹੜੇ ਹੁਕਮ ਦਾ ਪਾਬੰਦ ਹੈ ਕਿ ਸ਼ਾਹੀ ਖਜ਼ਾਨਾ ਲੁੱਟਣਾ, ਹੋਰ ਕਿਸੇ ਦੀਨ ਨੂੰ, ਕਿਸੇ ਲੋਕਾਂ ਨੂੰ, ਕਿਸੇ ਵੀ ਆਮ ਦਰਦਮੰਦ ਨੂੰ, ਕਿਸੇ ਵੀ ਆਮ ਇਨਸਾਨ ਨੂੰ ਤੰਗ ਨਹੀਂ ਕਰਨਾ, ਅਸੀਂ ਸ਼ਾਹੀ ਖਜ਼ਾਨਾ ਲੁੱਟਣਾ ਹੈ। ਕਿ ਸਿੱਖ ਉਸ ਗੁਰਮਤੇ ਦੇ ਸ਼ਬਦਾਂ ਦੇ ਉੱਪਰ ਕਿੰਨਾ ਜ਼ਿਆਦਾ ਕੇਂਦਰਿਤ ਹੈ ਤੇ ਉਹਨਾਂ ਸ਼ਬਦਾਂ ਦੇ ਉੱਪਰ ਕਿੰਨਾ ਪਹਿਰਾ ਦੇ ਰਿਹਾ ਹੈ, ਔਰ ਉਹ ਉਸ ਸਮੇਂ ਹੁਕਮਨਾਮੇ ਕਰਦਾ ਕਿਵੇਂ ਹੈ, ਉਹ ਗੁਰਮਤੇ ਕਰਦਾ ਕਿਵੇਂ ਹੈ। ਜਿਹੜੇ ਸਾਡੇ ਪੁਰਾਤਨ ਸਰੋਤ ਨੇ ਉਹਨਾਂ ਦੇ ਵਿੱਚ ਜ਼ਿਕਰ ਮਿਲਦਾ ਹੈ, ਕਿਉਂਕਿ ਅਕਸਰ ਜਦੋਂ, ਜਿਸ ਤਰ੍ਹਾਂ ਪਹਿਲਾਂ ਵੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਖਿੱਤੇ ਨਾਲ ਸੰਬੰਧਿਤ ਜਦੋਂ ਰਾਜਸੀ ਸ਼ਕਤੀਆਂ ਦੇ ਪ੍ਰਭਾਵ ਅਧੀਨ ਕੁਝ ਹੁਕਮ ਜਾਰੀ ਹੁੰਦੇ ਨੇ ਤੇ ਵਿਦੇਸ਼ਾਂ ਵਾਲੇ ਜਿਹੜੇ ਸਿੱਖ ਨੇ ਇੰਜ ਲੱਗਦਾ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ। ਤੇ ਮੈਂ ਇੱਕ ਗੱਲ ਦੱਸਦਾ, ਸਾਡੇ ਇਤਿਹਾਸ ਦੇ ਵਿੱਚ ਅਨੇਕਾਂ ਐਸੇ ਪੰਥ ਨੇ ਗੁਰਮਤੇ ਕੀਤੇ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਪਰ ਸਿੱਖ ਤੋਂ ਕਾਬਜ਼ ਨਹੀਂ ਸੀ, ਬਾਹਰੋਂ ਕੀਤੇ ਗਏ ਨੇ। ਮੱਸਾ ਰੰਗੜ ਦੇ ਸਮੇਂ ਜਿਹੜਾ ਮੱਸਾ ਰੰਗੜ ਨੂੰ ਸੋਧਣ ਦਾ ਗੁਰਮਤਾ ਕੀਤਾ ਗਿਆ ਉਹ ਤਾਂ ਬੀਕਾਨੇਰ 'ਚ ਕੀਤਾ ਗਿਆ, ਬੁੱਢਾ ਜੋੜ, ਪਰ ਸੋਧਿਆ ਗਿਆ ਹਰਿਮੰਦਰ ਸਾਹਿਬ ਆ ਕੇ। ਤੇ ਸਾਡੇ ਪੁਰਾਤਨ ਸਰੋਤ ਲਿਖਦੇ ਨੇ ਕਿ ਮੱਸੇ ਕਾ ਸਿਰ ਸਿੰਘ ਉਤਾਰਿਓ, ਜਿਉਂ ਘਰ ਬੇਲੋਂ ਕਦੂਆ ਡਾਰਿਓ। ਵੀ ਸਿੰਘ ਉਸ ਵੇਲੇ ਮੱਸੇ ਦਾ ਸਿਰ ਇੰਜ ਲਾ ਕੇ ਲੈ ਗਏ ਜਿਵੇਂ ਵੇਲ ਦੇ ਨਾਲੋਂ ਕੱਦੂ ਤੋੜ ਕੇ ਲੈ ਜਾਈਦਾ। ਸੋ ਇਹ ਜਿਹੜਾ ਸਿੰਘਾਂ ਨੇ ਗੁਰਮਤਾ ਕੀਤਾ ਇਹ ਬਾਹਰ ਕੀਤਾ, ਪਰ ਇਹਨੂੰ ਲਾਗੂ ਕੀਤਾ ਗਿਆ ਉਸ ਧਰਤੀ ਦੇ ਉੱਪਰ ਕਿ ਇਹ ਸਾਡਾ ਪੰਥਕ ਫੈਸਲਾ ਹੈ। ਇਹ ਕੀਤਾ ਕਿਵੇਂ ਜਾਂਦਾ ਸੀ? ਜਿਹੜੇ ਸਾਡੇ ਕੁਝ ਪੁਰਾਤਨ ਸਰੋਤ ਨੇ ਉਹਨਾਂ ਦੇ ਮੁਤਾਬਕ ਜਿਹੜੇ ਸਿੰਘ ਹੁੰਦੇ ਸੀ ਉਹ ਮਿਲ ਕੇ ਬੈਠਦੇ ਸੀ। ਮਿਲ ਕੇ ਬੈਠਣ ਤੋਂ ਬਾਅਦ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਪ੍ਰਣ ਕਰਦੇ ਸੀ। ਉਹ ਪ੍ਰਣ ਇਹ ਸੀ ਕਿ ਬੇਸ਼ੱਕ ਅਸੀਂ ਵੱਖ-ਵੱਖ ਮਿਸਲਾਂ ਦੇ ਨਾਲ, ਵੱਖ-ਵੱਖ ਜਥਿਆਂ ਦੇ ਨਾਲ, ਵੱਖ-ਵੱਖ ਇਲਾਕਿਆਂ ਦੇ ਨਾਲ, ਵੱਖ-ਵੱਖ ਥਾਵਾਂ ਦੇ ਨਾਲ ਸੰਬੰਧ ਰੱਖਦੇ ਹਾਂ, ਪਰ ਜਿਹੜੀ ਹੁਣ ਅਸੀਂ ਗੁਰਮਤੇ ਤੌਰ 'ਤੇ ਵਿਚਾਰ ਕਰਨ ਲੱਗੇ ਹਾਂ ਇਹ ਵਿਚਾਰ ਕੇਵਲ ਤੇ ਕੇਵਲ ਕੌਮ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਕੀਤੀ ਜਾਵੇਗੀ। ਉਸ ਤੋਂ ਬਾਅਦ ਨਗਾਰ 'ਚ ਨਗਾਰਾ ਵਜਾਉਂਦਾ ਸੀ। ਫਿਰ ਜਿਸ ਮੁੱਦੇ ਦੇ ਉੱਪਰ ਚਰਚਾ ਹੋਣੀ ਹੁੰਦੀ ਸੀ, ਕਿਸੇ ਮੁਹਿੰਮ ਦਾ ਜਾਂ ਕਿਸੇ ਸੰਬੰਧਿਤ ਵਰਤਾਰੇ ਦੇ ਉੱਪਰ ਫੈਸਲਾ ਲੈਣਾ ਹੁੰਦਾ ਸੀ, ਉਹ ਵਿਚਾਰਿਆ ਜਾਂਦਾ ਸੀ। ਉਹਦੇ ਉੱਪਰ ਵਿਚਾਰ ਕਰਨ ਤੋਂ ਬਾਅਦ ਇੱਕ ਸਿੰਘ ਉਸ ਵਿਚਾਰ ਨੂੰ ਪੜ੍ਹ ਕੇ ਫਿਰ ਸਿੰਘਾਂ ਨੂੰ ਸੁਣਾਉਂਦਾ ਸੀ। ਉਹਦੇ ਵਿੱਚ ਕੋਈ ਐਡੀਸ਼ਨ ਕਰਨੀ ਹੋਵੇ, ਸੋਧ ਕਰਨੀ ਹੋਵੇ, ਜਾਂ ਕਿਸੇ ਦੀ ਕੋਈ ਅਸਹਿਮਤੀ ਹੋਵੇ, ਜਿਹਨੂੰ ਸਾਡੇ ਪੁਰਾਤਨ ਸਰੋਤਾਂ 'ਚ ਸੰਮਤੀ ਭੇਦ ਸ਼ਬਦ ਵਰਤਿਆ ਗਿਆ, ਉਹਦੇ ਵਿੱਚ ਕੋਈ ਵੀ ਅਸਹਿਮਤੀ ਹੋਵੇ ਉਸ ਨੂੰ ਨੋਟ ਕੀਤਾ ਜਾਂਦਾ ਸੀ, ਮੌਖਿਕ ਰੂਪ ਦੇ ਵਿੱਚ ਸੁਣਿਆ ਜਾਂਦਾ ਸੀ। ਸੁਣਨ ਤੋਂ ਬਾਅਦ ਲੋੜ ਹੋਵੇ ਤੇ ਬਾਕੀ ਸਿੰਘਾਂ ਦੀ ਰਾਏ ਮੁਤਾਬਕ ਉਸ ਦੀ ਸੁਧਾਈ ਵੀ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਸਮੁੱਚੇ ਸਿੰਘਾਂ ਦੇ ਵੱਲੋਂ ਉਹਨੂੰ ਜਕਾਰਾ ਬੁਲਾ ਕੇ ਪ੍ਰਵਾਨਗੀ ਦਿੱਤੀ ਜਾਂਦੀ ਸੀ ਤੇ ਬਹੁਤਾਤ ਕਰਕੇ
ਬੁੱਢਾ ਦਲ, ਖਾਸ ਕਰਕੇ ਮਿਸਲ ਸ਼ਹੀਦਾਂ ਦੇ ਜਿਹੜੇ ਜਥੇਦਾਰ ਹੁੰਦੇ ਸੀ, ਉਹਨਾਂ ਦੇ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਹੁੰਦਾ ਸੀ ਤੇ ਉਸ ਮਿਸਲ ਦੇ ਨਾਲ ਸੰਬੰਧਿਤ ਸਿੰਘ ਜਿਹੜੇ ਹੁੰਦੇ ਸੀ ਉਹ ਉਸ ਹੁਕਮ ਨੂੰ ਸਮੁੱਚੇ ਜਥੇ ਦੇ ਵਿੱਚ ਪੜ੍ਹ ਕੇ ਸੁਣਾ ਦਿੰਦੇ ਸੀ। ਇਸ ਤਰ੍ਹਾਂ ਇਹ ਜਿਹੜਾ ਸਿੰਘ ਪਹਿਲਾਂ ਮਤਾ ਕਰਦੇ ਸੀ, ਸੋਚਦੇ ਸੀ ਸਾਡੀ ਮੁਹਿੰਮ ਕਿਹੜੀ ਹੈ, ਜਦੋਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵਿਚਾਰ ਕਰਕੇ ਸਹਿਮਤੀ ਪ੍ਰਗਟ ਕਰਦੇ ਸੀ ਉਹ ਗੁਰੂ ਮਤਾ ਬਣਦਾ ਸੀ। ਤੇ ਜਦੋਂ ਖਾਲਸਾ ਪੰਥ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਸਮੁੱਚੇ ਪੰਥ ਦੇ ਵਿੱਚੋਂ ਜਾਂਦਾ ਸੀ ਤੇ ਪੰਥ ਦੇ ਹੁਕਮ ਦੇ ਰੂਪ 'ਚ ਜਾਂਦਾ ਸੀ, ਜਿਹਦੇ ਵਾਸਤੇ ਮੈਂ ਪਹਿਲਾ ਸ਼ਬਦ ਵਰਤਿਆ ਕਿ ਸਾਡੇ ਇੱਕ ਹੁਕਮਨਾਮੇ 'ਚ ਜ਼ਿਕਰ ਮਿਲਦਾ ਹੈ, ਹੁਕਮਨਾਮਾ ਖਾਲਸਾ ਪੰਥ ਜੀਓ ਕਾ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਖਾਲਸਾ ਪੰਥ ਉਸ ਸਮੇਂ ਦੇ ਵਿੱਚ, ਉਸ ਸਦੀ ਦੇ ਵਿੱਚ, ਇੰਨੇ ਵਿਖੜੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਿਹੜਾ ਸਮਰਪਣ ਹੈ, ਜਿਹੜਾ ਉਸ ਵਿਚਾਰਧਾਰਾ ਦੇ ਨਾਲ ਜੁੜਿਆ ਹੋਣਾ, ਉਹਦੇ ਨਾਲ ਕਿੰਨਾ ਜ਼ਿਆਦਾ ਜੁੜਿਆ ਹੋਇਆ ਸੀ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਜਿਹੜੇ 18ਵੀਂ ਸਦੀ 'ਚ ਫੈਸਲੇ ਲਏ ਜਾਂਦੇ ਰਹੇ ਨੇ, ਉਹਨਾਂ ਦੇ ਵਿੱਚ ਵੀ ਇਸ ਵਿਚਾਰਧਾਰਾ ਤੋਂ ਬਾਹਰ ਦੀ ਗੱਲ ਨਹੀਂ ਹੁੰਦੀ ਰਹੀ। ਉਹਦੇ ਵਿੱਚ ਵੀ ਮਤਾ, ਗੁਰਮਤਾ ਔਰ ਹੁਕਮਨਾਮੇ ਨੂੰ ਇਸੇ ਰੂਪ 'ਚ ਹੀ ਪ੍ਰਵਾਹਿਤ ਕੀਤਾ ਜਾਂਦਾ ਰਿਹਾ। ਕਸੂਰ ਜਿਹੜਾ, ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਤੇ ਕਸੂਰ ਬੇਸ਼ੱਕ ਸਿੱਖਾਂ ਨੇ ਲਾਹੌਰ ਤੇ ਇਲਾਕੇ ਤੋਂ ਲੈ ਕੇ ਪੰਜਾਬ ਤੇ ਬਾਕੀ ਸਾਰੇ ਇਲਾਕੇ ਫਤਿਹ ਕਰ ਲਏ ਸੀ, ਪਰ ਕਸੂਰ ਅਜੇ ਨਹੀਂ ਸੀ ਫਤਿਹ ਹੋ ਸਕਿਆ, ਕਿਉਂਕਿ ਕਸੂਰ ਦੇ ਵਿੱਚ 12 ਕਿਲੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਿੰਨਾ ਸਮਾਣੇ ਨੂੰ ਫਤਿਹ ਕਰਨਾ ਔਖਾ ਸੀ, 18ਵੀਂ ਸਦੀ ਦੇ ਵਿੱਚ ਓਨਾ ਹੀ ਔਖੇ ਫਤਿਹ ਕਰਨਾ ਸੀ ਕਸੂਰ ਨੂੰ। 12 ਗੜ੍ਹੀਆਂ ਸੀ, 12 ਕਿਲੇ ਸੀ, 12 ਨਵਾਬ ਸੀ, ਨਵਾਬਾਂ ਦੇ ਕੋਲ ਆਪਣੇ ਅੰਗ ਰੱਖਿਅਕ ਸੀ। ਇਸੇ ਤਰ੍ਹਾਂ ਸਮਾਣੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 21 ਨਵਾਬਾਂ ਨੂੰ ਆਪਣੀ ਵੱਖਰੀਆਂ ਪਾਲਕੀਆਂ ਤੇ ਚੜ੍ਹਨ ਦਾ ਅਧਿਕਾਰ ਸੀ। ਕਹਿ ਸਕਦੇ ਕਿ ਉਸ ਸਮੇਂ ਦੀ ਜੈਡ ਸਿਕਿਉਰਿਟੀ ਔਰ ਉਹਨਾਂ ਦੇ ਆਪਣੇ ਅੰਗ ਰੱਖਿਅਕ ਸੀ। ਜਿਸ ਵੇਲੇ ਕਸੂਰ ਦਾ ਇੱਕ ਬ੍ਰਾਹਮਣ ਖਾਲਸਾ ਪੰਥ ਦੇ ਕੋਲ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਤਾਂ ਉਹਦੀ ਫਰਿਆਦ ਹੈ, ਸਰਦਾਰ ਹਰੀ ਸਿੰਘ ਭੰਗੀ ਉਸ ਵੇਲੇ ਉੱਥੇ ਨੇ ਜਥੇ ਸਮੇਤ। ਫਰਿਆਦ ਕੀ ਹੈ ਕਿ ਕਸੂਰ ਦਾ ਨਵਾਬ ਉਸਮਾਨ ਖਾਨ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਿਆ। ਮੈਂ ਸਾਰੇ ਥਾਵਾਂ ਦੇ ਉੱਪਰ ਜਾ ਕੇ ਆਪਣੀ ਬੱਚੀ ਨੂੰ ਵਾਪਸ ਲਿਆਉਣ ਦੇ ਵਾਸਤੇ ਤਰਲੇ ਮਿੰਨਤਾਂ ਦੇ ਕਰ ਚੁੱਕਾ ਹਾਂ, ਪਰ ਮੈਨੂੰ ਪਤਾ ਹੈ ਕਿ ਖਾਲਸਾ ਪੰਥ ਤੋਂ ਬਿਨਾਂ ਮੇਰੀ ਕੋਈ ਮਦਦ ਨਹੀਂ ਕਰ ਸਕਦਾ। ਇੱਥੇ ਹੁਣ ਇੱਕ ਦੀਨ ਹੈ, ਉਹਦਾ ਸੰਬੰਧ ਸਾਡੇ ਧਰਮ ਦੇ ਨਾਲ ਨਹੀਂ, ਉਹ ਗੈਰ ਧਰਮ ਦੇ ਵਿੱਚੋਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ। ਤੇ ਸਿੱਖ ਉਸ ਵੇਲੇ ਆਪਣੇ ਖਾਲਸਾਈ ਕਰਤੱਵ ਨੂੰ ਸਮਝਦੇ ਹੋਏ ਉਸੇ ਵੇਲੇ ਹੀ ਉਸ ਦੇ ਵਾਸਤੇ, ਉਸ ਦੀ ਬੱਚੀ ਦੀ ਇੱਜ਼ਤ ਨੂੰ ਬਚਾਉਣ ਦੇ ਵਾਸਤੇ ਆਪਣੇ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਉਸੇ ਵੇਲੇ ਮਤਾ ਕਰਕੇ ਕਿ ਇਹ ਲੋੜ ਹੈ ਕਿ ਇੱਕ ਦੀਨ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ, ਇਹਦੀ ਰੱਖਿਆ ਕੀਤੀ ਜਾਵੇ। ਉਸ ਵੇਲੇ ਕਸੂਰ ਦੇ ਉੱਪਰ ਹਮਲਾ ਕਰਦੇ ਨੇ, ਉਸਮਾਨ ਖਾਨ ਨੂੰ ਮਾਰ ਕੇ ਉਸ ਦੀ ਬੱਚੀ ਜਿਹੜੀ ਹੈ ਉਹਨੂੰ ਵਾਪਸ ਲਿਆ ਕੇ ਦਿੰਦੇ ਨੇ। ਇਸ ਕਰਕੇ 18ਵੀਂ ਸਦੀ 'ਚ ਵੀ ਜਦੋਂ ਅਸੀਂ ਵੇਖਦੇ ਹਾਂ ਤਾਂ ਕੁਝ ਫੈਸਲੇ ਅਕਾਲ ਤਖਤ ਸਾਹਿਬ ਦੇ ਇਸ ਮਰਕਜ਼ ਤੋਂ ਲਏ ਗਏ ਤੇ ਕੁਝ ਫੈਸਲੇ ਬਾਬਾ ਦੀਪ ਸਿੰਘ ਦੇ ਸਮੇਂ, ਜਦੋਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜਾ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਸਿੰਘਾਂ ਦਾ ਉਸ ਵੇਲੇ ਕਾਫਲਾ ਤੁਰਦਾ ਹੈ, ਉਹ ਮਤਾ ਉੱਥੇ ਰਸਤੇ 'ਚ ਕਰਦੇ ਨੇ। ਤੇ ਬਾਬਾ ਦੀਪ ਸਿੰਘ ਬੜੀ ਦ੍ਰਿੜਤਾ ਦੇ ਨਾਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਜਾਮੇ ਸ਼ਹਾਦਤ ਪੀਣਾ ਹੈ, ਸ਼ਹਾਦਤ ਪ੍ਰਾਪਤ ਕਰਨੀ ਹੈ, ਉਹ ਮੇਰੇ ਨਾਲ ਤੁਰਨ, ਤੇ ਜਿਨ੍ਹਾਂ ਨੇ ਕਾਇਰਤਾ ਵਿਖਾਉਣੀ ਹੈ ਉਹ ਇਸ ਲੀਕ ਤੋਂ ਅੱਗੇ ਨਾ ਆਉਣ। ਤਾਂ ਇਹ ਵੀ ਇੱਕ ਤਰ੍ਹਾਂ ਦਾ ਗੁਰਮਤਾ ਕਰਨ ਦੀ ਵਿਧੀ ਸੀ ਕਿ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕਰਨੀ ਹੈ ਉਹੀ ਮੇਰੇ ਨਾਲ ਆਉਣ। ਤੇ ਕੁਦਰਤੀ ਹੈ ਕਿ ਜਿਨ੍ਹਾਂ ਨੇ ਉਸ ਵੰਗਾਰ ਨੂੰ ਸਵੀਕਾਰ ਕੀਤਾ ਉਹ ਸਾਰੇ ਬਾਬਾ ਦੀਪ ਸਿੰਘ ਦੀ ਉਸ ਮੱਤ ਦੇ ਨਾਲ ਸਹਿਮਤ ਸਨ, ਉਹਨਾਂ ਦੀ ਉਸ ਸੋਚ ਦੇ ਨਾਲ ਸਹਿਮਤ ਸਨ। ਸੋ ਇਸ ਕਰਕੇ 18ਵੀਂ ਸਦੀ ਦੇ ਵਿੱਚ ਜਦੋਂ ਅਸੀਂ ਮੀਰੀ ਤੇ ਪੀਰੀ ਦੇ ਸੰਕਲਪ ਦੀ ਪ੍ਰਕਾਸ਼ਮਾਨਤਾ ਵੇਖਦੇ ਹਾਂ, ਜਿਹੜੀ ਮੈਂ ਸੋਚਦਾ ਕਿ ਅੱਜ ਦੇ ਨਾਲੋਂ ਕਿਤੇ ਜ਼ਿਆਦਾ ਸੀ, ਤਾਂ ਉਹਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ 18ਵੀਂ ਸਦੀ ਦੇ ਵਿੱਚ ਸਿੱਖ ਬੇਸ਼ੱਕ ਜੰਗਲਾਂ ਦੇ ਵਿੱਚ ਰਹਿ ਰਿਹਾ ਹੈ, ਬੇਸ਼ੱਕ ਉਸਦੇ ਕੋਲ ਖਾਣ ਨੂੰ ਰੋਟੀ ਨਹੀਂ, ਬੇਸ਼ੱਕ ਉਹਦੇ ਕੋਲ ਪਹਿਨਣ ਨੂੰ ਬਸਤਰ ਨਹੀਂ, ਪਰ ਉਹਦਾ ਆਪਣੇ ਗੁਰੂ ਦੇ ਪ੍ਰਤੀ ਅਕੀਦਾ, ਗੁਰੂ ਦੇ ਪ੍ਰਤੀ ਸਮਰਪਣ ਇੰਨਾ ਦ੍ਰਿੜ ਹੈ ਕਿ ਉਹ ਜਦੋਂ ਵੀ ਫੈਸਲਾ ਕਰਦਾ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦਾ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਪੈਦਾ ਹੋ ਗਈ ਹੈ ਕਿ 18ਵੀਂ ਸਦੀ ਦੇ ਵਿੱਚ ਜਿਹੜਾ ਸਿੱਖਾਂ ਨੇ ਉਸ ਵੇਲੇ ਆਪਣਾ ਤਾਣਾ ਬਾਣਾ ਬੁਣਿਆ ਸੀ, ਅੱਜ ਅਸੀਂ ਆਧੁਨਿਕ ਸਮੇਂ ਦੇ ਵਿੱਚ ਵੀ ਉਸ ਤਾਣੇ ਬਾਣੇ ਨੂੰ, ਉਸ ਸਮਰਪਣ ਨੂੰ, ਜਾਂ ਮੈਂ ਕਹਿ ਸਕਦਾ ਕਿ ਕਿਸੇ ਸਮੇਂ ਜਦੋਂ ਅਸੀਂ 18ਵੀਂ ਸਦੀ ਦੇ ਵਿੱਚ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਸਿੱਖ ਦੇ ਲੀਡਰ ਦਾ ਕਰਤੱਵ ਕੀ ਹੈ ਇਹ ਵੀ ਵੇਖਣਾ ਪਵੇਗਾ। ਕਿਉਂਕਿ ਜਿੱਥੇ ਅਸੀਂ ਇਹ ਵੇਖਦੇ ਕਿ ਕਿਤੇ ਨਾ ਕਿਤੇ ਸਾਡੇ 'ਚ ਨਿਘਾਰ ਆਇਆ ਹੈ ਤੇ ਅਸੀਂ ਉਹਨਾਂ ਪਰੰਪਰਾਵਾਂ ਨੂੰ ਕਾਇਮ ਨਹੀਂ ਰੱਖ ਸਕੇ, ਇਹ ਵੀ ਵੇਖਣਾ ਪਵੇਗਾ ਕਿ ਸਾਡੀ ਲੀਡਰਸ਼ਿਪ ਉਦੋਂ ਕਿਵੇਂ ਦੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ,
ਕੋਪਰ ਹੀੜੇ ਦੇ ਮੈਦਾਨ ਦੇ ਵਿੱਚ, ਜਿਹਦੇ ਵਿੱਚ ਡਾਕਟਰ ਹਰੀ ਰਾਮ ਗੁਪਤਾ ਇੱਕ ਗੱਲ ਬੜੀ ਸੁੰਦਰ ਲਿਖਦੇ ਨੇ, ਕਹਿੰਦੇ ਨੇ ਕਿ ਸਿੱਖ ਤੁਰ ਰਹੇ ਸੀ ਤੇ ਲੜ ਰਹੇ ਸੀ, ਲੜ ਰਹੇ ਸੀ ਤੇ ਤੁਰ ਰਹੇ ਸੀ। ਸਿੱਖਸ ਆਰ ਫਾਈਟਿੰਗ ਡਿਊਰਿੰਗ ਵਾਕਿੰਗ, ਵਾਕਿੰਗ ਡਿਊਰਿੰਗ ਫਾਈਟਿੰਗ। ਬੜੀ ਔਖੀ ਗੱਲ ਹੁੰਦੀ ਹੈ। ਇੱਕ ਥਾਂ ਤੇ ਰੁਕ ਕੇ ਲੜਨਾ ਬੜਾ ਸੌਖਾ ਹੁੰਦਾ ਹੈ, ਪਰ ਤੁਰਨਾ, ਸਫ਼ਰ ਵੀ ਤੈਅ ਕਰਨਾ ਤੇ ਨਾਲ ਲੜਨਾ ਵੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਬਜ਼ੁਰਗਾਂ, ਬੱਚਿਆਂ ਤੇ ਬੀਬੀਆਂ ਦੀ ਰੱਖਿਆ ਇਸ ਤਰ੍ਹਾਂ ਕਰ ਰਹੇ ਸੀ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਦੇ ਕੇ ਤੁਰਦੀ ਹੈ। ਇੱਕ ਸਿੱਖ ਨੇ ਉਸ ਵੇਲੇ ਸਲਾਹ ਦਿੱਤੀ ਹੈ, ਮੈਦਾਨੇ ਜੰਗ ਦੇ ਵਿੱਚ ਸਲਾਹ ਹੈ, ਇੱਕ ਸਿੱਖ ਨੇ ਸਲਾਹ ਦਿੱਤੀ ਹੈ ਕਿ ਅਸੀਂ ਸਾਰੀਆਂ ਮਿਸਲਾਂ ਦੇ ਸਿੰਘ ਹਾਂ, ਸਾਰੇ ਇਕੱਠੇ ਰਲ ਰਹੇ ਹਾਂ, ਕਿਉਂ ਨਾ ਆਪਣੀ ਆਪਣੀ ਮਿਸਲ ਦੇ ਨਾਲ ਸੰਬੰਧਿਤ ਵਹੀਰ ਦੀ ਰੱਖਿਆ ਆਪਣੀ ਆਪਣੀ ਮਿਸਲ ਕਰੇ। ਤੇ ਉਸ ਵੇਲੇ ਕੌਮ ਦੇ ਜਥੇਦਾਰ ਨੇ ਇੱਕ ਆਵਾਜ਼ ਦਿੱਤੀ ਹੈ, ਮਿਸਲ ਵੰਡ ਅਬ ਕਭੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਇਹ 18ਵੀਂ ਸਦੀ ਵਿੱਚ ਸਾਡੀ ਸਭ ਤੋਂ ਵੱਡੀ ਸ਼ਕਤੀ ਸੀ ਕਿ ਜਦੋਂ ਸਾਡੇ ਸਿਰ ਦੇ ਉੱਪਰ ਦੁਸ਼ਮਣ ਵੱਡਾ ਹੁੰਦਾ ਸੀ ਤਾਂ ਅਸੀਂ ਕਹਿੰਦੇ ਸੀ ਕਿ ਆਪਸੀ ਰੰਜਿਸ਼ਾਂ ਛੱਡ ਦੇਵੋ, ਸਾਡਾ ਦੁਸ਼ਮਣ ਵੱਡਾ ਹੈ, ਪਹਿਲਾਂ ਦੁਸ਼ਮਣ ਦੇ ਨਾਲ ਨਿਪਟ ਲਈਏ, ਆਪਸੀ ਮਸਲੇ ਅਸੀਂ ਗੁਰੂ ਦੀ ਗੋਦ 'ਚ ਬਹਿ ਕੇ ਹੱਲ ਕਰ ਲਵਾਂਗੇ। ਅੱਜ ਸਾਡੀ ਸਮੱਸਿਆ ਹੈ ਕਿ ਦੁਸ਼ਮਣ ਸਾਡੇ ਸਿਰ ਤੇ ਵੱਡਾ ਹੈ, ਪਰ ਇਹਦੇ ਨਾਲ ਸਾਡੀਆਂ ਆਪਸੀ ਰੰਜਿਸ਼ਾਂ ਦੁਸ਼ਮਣ ਤੋਂ ਵੀ ਵੱਡੀਆਂ ਨੇ, ਅਸੀਂ ਕਿਸੇ ਵੀ ਮੁੱਦੇ ਦੇ ਉੱਪਰ ਇਕੱਠੇ ਹੋਣ ਨੂੰ ਤਿਆਰ ਨਹੀਂ। ਇਹ ਸਾਡੀ ਅੱਜ ਦੀ ਸਮੱਸਿਆ। ਹੁਣ ਉਸ ਸਮੇਂ ਕੌਮ ਦੇ ਲੀਡਰਾਂ ਦੀ ਭੂਮਿਕਾ ਕੀ ਹੈ? ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇੱਕ ਪੂਰੇ ਘੇਰੇ ਦੇ ਵਿੱਚ ਘਿਰ ਗਿਆ। ਜਦੋਂ ਤੁਸੀਂ ਉਸ ਵੇਲੇ ਪੰਥਕ ਲੀਡਰਸ਼ਿਪ ਦਾ ਗੱਲ ਕਰਦੇ ਹੋ ਨਾ, ਤਾਂ ਸਾਡੇ ਪੁਰਾਤਨ ਸਰੋਤ ਕਹਿੰਦੇ ਨੇ ਕਿ ਸਿੱਖਾਂ ਦਾ ਕੋਈ ਵੀ ਜਥੇਦਾਰ ਇਹੋ ਜਿਹਾ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 18 ਤੋਂ ਘੱਟ ਫੱਟ ਹੋਣ। ਹੁਣ ਖਿਆਲ ਕਰੋ, ਬੰਦੇ ਦੇ ਜਿਸਮ ਦੇ ਉੱਪਰ 18 ਕਿਰਪਾਨ ਦੇ ਖੰਡਿਆਂ ਦੇ ਫੱਟ ਲੱਗੇ ਹੋਣ, ਸਾਰਾ ਜਿਸਮ ਲਹੂ ਲੁਹਾਨ ਹੋਵੇ, ਤੇ ਉਹ ਕੌਮ ਦੇ ਜਥੇਦਾਰ ਫਿਰ ਵੀ ਕੌਮੀਅਤ ਦੇ ਉਸ ਆਜ਼ਾਦ ਰਾਜਨੀਤਿਕ ਪ੍ਰਭੂ ਸੱਤਾ ਸੰਪੰਨ ਦੇਸ਼ ਦੀ ਰੱਖਿਆ ਦੇ ਵਾਸਤੇ ਲੜ ਰਹੇ ਨੇ, ਆਪਣੀ ਕੌਮੀਅਤ ਦੇ ਵਾਸਤੇ ਲੜ ਰਹੇ ਨੇ। ਪਰ ਉਹਦੇ ਵਿੱਚ ਜਿਹੜਾ ਖਾਲਸਾਈ ਕਰੈਕਟਰ ਹੈ, ਜਿਹੜਾ ਖਾਲਸਾਈ ਕਿਰਦਾਰ ਹੈ, ਉਹ ਕਿੰਨਾ ਉੱਚਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੁਸ਼ਮਣਾਂ ਦੇ ਵਿੱਚ ਘਿਰ ਗਏ। ਇਹਨਾਂ ਦੇ ਜਿਹੜੇ ਅੰਗਪਾਲ ਸੀ, ਜਿਹੜੇ ਅੰਗ ਰੱਖਿਅਕ ਸੀ, ਬਾਡੀਗਾਰਡ ਸੀ, ਉਹਨਾਂ ਦਾ ਨਾਮ ਸਰਦਾਰ ਗੁਰਮੁਖ ਸਿੰਘ ਆਉਂਦਾ ਹੈ। ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਇਹ ਸੁਲਤਾਨ ਉਲ ਕੌਮ ਹੈ, ਇਹ ਕੌਮ ਦਾ ਜਥੇਦਾਰ ਹੈ। ਇਹ ਅਕਸਰ ਤੁਸੀਂ ਜੇਕਰ ਦੁਨੀਆ ਦੇ ਬਾਕੀ ਦੇਸ਼ਾਂ ਦੀਆਂ ਜੰਗਾਂ ਦੇ ਵਿੱਚ ਵੀ ਵੇਖਦੇ ਹੋ ਨਾ, ਤੇ ਬਹੁਤ ਥਾਵਾਂ ਤੇ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਜੰਗੀ ਨੁਕਤਾ ਨਿਗਾਹ ਦੇ ਉੱਪਰੋਂ ਇਹ ਨੀਤੀ ਰਹੀ ਹੈ। ਉਹ ਨੀਤੀ ਇਹ ਰਹੀ ਹੈ ਕਿ ਜਿਹੜਾ ਫੌਜ ਦਾ ਕਮਾਂਡਰ ਹੈ ਉਹਨੂੰ ਕੁਝ ਨਹੀਂ ਹੋਣਾ ਚਾਹੀਦਾ। ਪਰ ਇੱਥੇ ਘੱਲੂਘਾਰਾ ਵਾਪਰ ਰਿਹਾ ਹੈ, ਇੰਨੀ ਸਿੰਘਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ, ਪਰ ਕੌਮ ਦਾ ਜਿਹੜਾ ਲੀਡਰ ਹੈ ਉਹ ਜ਼ਿੰਮੇਵਾਰੀ ਕਿਵੇਂ ਦੀ ਸਮਝ ਰਿਹਾ ਹੈ। ਉਹਦਾ ਅੰਗ ਰੱਖਿਅਕ ਸਰਦਾਰ ਗੁਰਮੁਖ ਸਿੰਘ ਉਹਦੇ ਘੋੜੇ ਨੂੰ ਸੋਟੀ ਮਾਰਦਾ। ਕਾਹਦੇ ਵਾਸਤੇ? ਕਿ ਉਹਦਾ ਘੋੜਾ ਦੁਸ਼ਮਣ ਦੇ ਘੇਰੇ 'ਚ ਥੋੜਾ ਲਾਂਭੇ ਹੋ ਜਾਵੇ ਤੇ ਮੇਰੇ ਜਥੇਦਾਰ ਦੀ ਜਾਨ ਬਚ ਜਾਵੇ। ਜਦੋਂ ਉਹ ਸੋਟੀ ਮਾਰਨ ਵਾਸਤੇ ਹੱਥੋਂ ਤਾਂ ਕਰਦਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅੱਗੋਂ ਨੂੰ ਕਹਿੰਦਾ ਕਿ ਵੇਖੀ ਕਿਤੇ ਮੇਰੇ ਘੋੜੇ ਨੂੰ ਸੋਟੀ ਨਾ ਮਾਰੀ। ਕਹਿੰਦਾ ਸਿੰਘ ਸੁਨੇ, ਕਹਿੰਦਾ ਮੈਂ ਕੌਮ ਦਾ ਜਰਨੈਲ ਹਾਂ, ਤੂੰ ਤੇ ਚਾਹੁੰਦਾ ਹੈ ਕਿ ਮੇਰੀ ਜਾਨ ਬਚ ਜਾਵੇ, ਮੈਂ ਕੌਮ ਦਾ ਜਥੇਦਾਰ ਹਾਂ, ਪਰ ਤੈਨੂੰ ਇਹ ਖਿਆਲ ਨਾ ਆਇਆ ਕਿ ਮੈਂ ਕੌਮ ਦਾ ਜਥੇਦਾਰ ਹਾਂ, ਜੇਕਰ ਮੈਂ ਅੱਜ ਇੱਥੋਂ ਜਾਨ ਬਚਾ ਕੇ ਭੱਜ ਗਿਆ ਤੇ ਮੈਂ ਕੌਮ ਨੂੰ ਮੂੰਹ ਕਿਵੇਂ ਵਿਖਾਉਣਾ ਹੈ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ। ਕਹਿੰਦਾ ਮੈਂ ਆਪਣੀ ਕੌਮ ਦੀ ਜਥੇਦਾਰੀ ਦੇ ਮੱਥੇ ਦੇ ਉੱਪਰ ਕਲੰਕ ਲਾ ਦੇਵਾਂ ਕਿ ਜਦੋਂ ਕੌਮ ਨੂੰ ਮੇਰੀ ਸ਼ਹਾਦਤ ਦੀ ਲੋੜ ਸੀ ਉਦੋਂ ਕੌਮ ਦਾ ਜਥੇਦਾਰ ਘੋੜਾ ਨਸਾ ਕੇ ਭੱਜ ਗਿਆ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਹਮ ਦੀਵਾਨ। ਮੈਂ ਕਿਤਨਾ ਦੀਵਾਨ ਲਾ ਕੇ ਬੈਠੂੰਗਾ, ਕਰੇ ਸਿੰਘ ਮਸਕਰੀ ਆਨ। ਕੋਈ ਸਿੱਖ ਆ ਕੇ ਮੈਨੂੰ ਮਖੌਲ ਕਰੇਗਾ, ਉਹ ਜੱਸਾ ਸਿੰਘ ਤੂੰ ਸਿੱਖਾਂ ਦਾ ਸੁਲਤਾਨ ਅਲ ਕੌਮ ਹੈ, ਜਦੋਂ ਸਾਹਮਣੇ ਤੇਰੇ ਦੁਸ਼ਮਣ ਆਇਆ ਤੇ ਤੂੰ ਘੋੜਾ ਨਠਾ ਕੇ ਭੱਸ ਗਿਆ, ਤੇਰੀ ਕੌਮ ਮਰ ਰਹੀ ਸੀ, ਤੂੰ ਕਾਹਦਾ ਜਥੇਦਾਰ ਸੀ ਸਿੱਖਾਂ ਦਾ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੰਘ ਮਸ਼ਕਰੀ ਆਨ। ਪੰਥ ਹਮ ਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਹਮ ਗੀਦੀ ਅਖਵਾਇਓ। ਪੰਥ ਨੇ ਮੈਨੂੰ ਸੁਲਤਾਨ ਉਲ ਕੌਮ, ਗੁਰੂ ਦਾ ਸ਼ੇਰ ਸੁਲਤਾਨ ਬਣਾਇਆ, ਤੇ ਤੂੰ ਚਾਹੁੰਦਾ ਹੈ ਕਿ ਮੈਂ ਆਪਣੀ ਜਾਨ ਬਚਾਉਣ ਦੇ ਵਾਸਤੇ ਇੰਨੀ ਕੁ ਗਲਤੀ ਕਰਕੇ ਇੱਕ ਗਿੱਦੜ ਖਵਾ ਲਵਾਂ। ਸੋ ਇਹ ਸੀ ਸਾਡਾ 18ਵੀਂ ਸਦੀ ਦੇ ਵਿੱਚ ਖਾਲਸਾਈ ਕਰਤੱਵ। ਸੋ 18ਵੀਂ ਸਦੀ ਦੇ ਵਿੱਚ ਅਸੀਂ ਇੱਕ ਪੱਖ ਨੂੰ, ਜਿਹੜਾ ਮੇਰਾ ਵਕਤ ਸਮਾਪਤ ਹੈ, ਇੱਕ ਪੱਖ ਨੂੰ ਧਿਆਨ ਦੇ ਵਿੱਚ ਰੱਖੀਏ ਕਿ ਜਿਹੜੀ ਮੀਰੀ ਤੇ ਪੀਰੀ ਦੇ ਸੰਕਲਪ ਦੀ ਪ੍ਰਕਾਸ਼ਮਾਨਤਾ ਹੋਈ ਹੈ, ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਜਿਹੜਾ ਉਹ ਗੁਰੂ ਦੀ ਗੋਦ ਦੇ ਵਿੱਚ ਬਹਿ ਕੇ ਗੁਰਮਤਾ ਕਰਦਾ ਸੀ।
ਦੂਸਰੀ ਗੱਲ ਸੀ ਕਿ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਸੀ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਸਿੱਖਾਂ ਦੇ ਵਾਸਤੇ ਸਮਰਪਿਤ ਹੋ ਕੇ ਉਸ ਗੁਰਮਤੇ ਦੇ ਉੱਪਰ ਚੱਲਦੀ ਹੋਈ ਆਪਾਂ ਸਮਰਪਿਤ ਕਰਨ ਦੇ ਵਾਸਤੇ ਤਿਆਰ ਸੀ। ਸੋ ਇਹੀ ਦੋ ਨੁਕਤੇ ਨੇ ਜਿਨ੍ਹਾਂ ਨੂੰ ਅੱਜ ਦੇ ਸਮੇਂ 'ਚ ਸਮਝਣ ਦੀ ਬਹੁਤ ਲੋੜ ਹੈ। ਵਕਤ ਮੇਰਾ ਸਮਾਪਤ ਹੈ। ਇੱਕ ਵਾਰੀ ਪਾਈਏ ਫਤਿਹ ਦੀ ਸਾਂਝ, ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜਿਹੜਾ ਕਿ ਇਹਨਾਂ ਸਬਜੈਕਟ ਸੀਗਾ ਹਿਸਟੋਰਿਕ ਡਿਵੈਲਪਮੈਂਟ ਆਫ ਸ੍ਰੀ ਅਕਾਲ ਤਖਤ ਸਾਹਿਬ। 17ਵੀਂ 18ਵੀਂ ਸਦੀ ਦੇ ਵਿੱਚ ਸਿੱਖ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਸਨ ਅਤੇ ਕੌਮ ਦੇ ਲੀਡਰ ਜੋ ਉੱਥੇ ਬੈਠੇ ਸਨ ਉਹ ਸਿੱਖਾਂ ਦੀ ਨਬਜ਼ ਕਿੱਦਾਂ ਪਛਾਣਦੇ ਸਨ। ਧੰਨਵਾਦ ਹੈ, ਬਹੁਤ ਵਿਸਥਾਰ ਨਾਲ ਉਹਨਾਂ ਨੇ ਇਹ ਸਬਜੈਕਟ ਪੇਸ਼ ਕੀਤਾ ਹੈ। ਅਤੇ ਜੋ ਅਗਲਾ ਟੌਪਿਕ ਸੀ ਉਹ ਹੈ ਕੰਟੈਂਪਰੇਰੀ ਗਲੋਬਲ ਸਿੱਖ ਪੰਥ, ਚੇਂਜਿੰਗ ਨੀਡਸ, ਡਿਮਾਂਡਸ ਐਂਡ ਐਕਸਪੈਕਟੇਸ਼ਨ। ਇਹਦੇ ਵਾਸਤੇ ਡਾਕਟਰ ਸੁਜਿੰਦਰ ਸਿੰਘ ਸੰਘਾ ਪ੍ਰਿੰਸੀਪਲ ਉਹਨਾਂ ਆਉਣਾ ਸੀ, ਪਰ ਮਜਬੂਰੀ ਉਹਨਾਂ ਦੀ ਕਿ ਉਹਨਾਂ ਦਾ ਫਾਦਰ ਇਨ ਲਾਅ ਜਸਮੇਰ ਸਿੰਘ ਰਾਏ, ਬਾਬਾ ਜੀ ਵੀ ਚੰਗੀ ਤਰ੍ਹਾਂ ਜਾਣਦੇ ਨੇ, ਸਾਰੇ ਜਾਣਦੇ ਨੇ, ਉਹ ਬੁੱਧਵਾਰ ਵਾਲੇ ਦਿਨ ਪਿਛਲੇ ਹਫਤੇ ਉਹ ਚਲਾਣਾ ਕਰ ਗਏ ਅਤੇ ਉਹਨਾਂ ਦੀ ਆਖਰੀ ਇੱਛਾ ਸੀ ਕਿ ਉਹਨਾਂ ਨੂੰ ਪਿੰਡ ਮੋਹਰਾਂ ਵਾਲੀ ਜਾ ਕੇ ਦਾਗ ਦੇਣੇ। ਸੋ ਸਾਰਾ ਪਰਿਵਾਰ ਉਹਨਾਂ ਨੂੰ ਮਜਬੂਰੀ ਜਾਣਾ ਪਿਆ, ਇਸ ਕਰਕੇ ਉਹ ਹਾਜ਼ਰ ਨਹੀਂ ਹੋ ਸਕੇ। ਪਰ ਉਹ ਜਾਂਦੇ ਜਾਂਦੇ ਬੁਲੇਟ ਪੁਆਇੰਟਸ ਕੁਝ ਦੱਸ ਗਏ ਨੇ, ਜਿਹੜੇ ਮੈਂ ਉਹਨਾਂ ਦੀ ਬਿਹਾਫ 'ਤੇ ਪੜ੍ਹ ਕੇ ਸੁਣਾ ਦਿੰਦਾ ਕਿ ਉਹ ਸੀ ਸਿੱਖ ਪਾਪੂਲੇਸ਼ਨ ਅਬਰੋਡ। ਆਪਣੀ ਜਨਸੰਖਿਆ 2013 ਦੇ ਹਿਸਾਬ ਨਾਲ ਵਰਲਡ ਦੀ ਪਾਪੂਲੇਸ਼ਨ 7 ਬਿਲੀਅਨ ਅਤੇ ਆਪਣੀ ਪਾਪੂਲੇਸ਼ਨ ਆਪਣੇ ਸਿੱਖਾਂ ਦੀ 0.35% ਸਿਰਫ 24 ਮਿਲੀਅਨ ਬਣਦੀ ਹੈ। ਅਤੇ 24 ਮਿਲੀਅਨ ਦੇ ਵਿੱਚੋਂ 90% ਤਾਂ ਇੰਡੀਆ ਪੰਜਾਬ ਦੇ ਵਿੱਚ ਨੇ, 10% ਬਾਹਰ ਬੈਠੇ ਆ, ਜਿਨ੍ਹਾਂ ਦੇ ਵਿੱਚ 7 ਜਾਂ 8 ਲੱਖ ਇੱਥੇ ਲਾ ਲਓ, 5 ਲੱਖ ਅਮਰੀਕਾ ਕੈਨੇਡਾ, 5 ਕੈਨੇਡਾ 'ਚ ਅਤੇ ਬਾਕੀ ਦੇਸ਼ਾਂ ਦੇ ਵਿੱਚ। ਸੋ ਅਰਾਊਂਡ ਅਬਾਊਟ 2.5 ਮਿਲੀਅਨ ਸਿੱਖ ਜਿਹੜੇ ਆਪਾਂ ਬਾਹਰ ਬੈਠੇ। ਅਤੇ ਇਹ ਤਕਰੀਬਨ ਸਾਰੀ ਇੰਡੀਆ ਦੀ ਪਾਪੂਲੇਸ਼ਨ 1.9% ਬਣਦੀ ਹੈ। ਅਤੇ ਇਸੇ ਆਪਾਂ ਜਿਸ ਮੁਲਕ ਵਿੱਚ ਰਹਿ ਰਹੇ ਹਾਂ, ਇਸ ਮੁਲਕ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਆਪਾਂ ਸਿਰਫ 1.2% ਪਾਪੂਲੇਸ਼ਨ ਦੇ ਹਿਸਾਬ ਨਾਲ। ਪਰ ਜੇ ਮੈਂ ਗੱਲ ਕਰਾਂ ਸਿੱਖ ਕੌਮ ਦੀ ਪ੍ਰਾਪਤੀ ਦੀ, ਵੈਲਥ ਦੀ, ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਜੋ ਕੰਮਕਾਰ ਕੀਤੇ ਅਤੇ ਇਸਟੈਬਲਿਸ਼ਮੈਂਟ ਕੀਤੀ, ਉਹਨਾਂ ਦੀ ਵੈਲਥ ਸਿੱਖਾਂ ਦੀ ਕਿ ਪਾਪੂਲੇਸ਼ਨ ਦੇ ਹਿਸਾਬ ਨਾਲ 1.2% ਨੇ, ਪਰ ਵੈਲਥ ਜਿਹੜੀ ਹੈ ਇਸ ਸੈਕੰਡ ਟੂ ਜੂਸ ਨੰਬਰ 1 ਨੇ। ਉਹਨਾਂ ਦੀ ਵੈਲਥ ਜਿਹੜੀ ਹੈ ਪਰ ਹਾਊਸ ਹੋਲਡ ਪਰਸਨ 422,000 ਪਾਉਂਡਸ, 422,000 ਪਾਉਂਡ ਜੂਸ ਦੀ ਹੈ, ਅਤੇ ਤੁਹਾਡੀ 229,000 ਪਾਉਂਡ ਦੂਸਰੇ ਨੰਬਰ 'ਤੇ। ਉਹ ਇੱਦੋਂ ਬਾਅਦ ਗੋਰੇ ਆਉਂਦੇ ਨੇ, ਬਾਹਰ ਸਾਰੀਆਂ ਕੌਮਾਂ ਆਉਂਦੀਆਂ ਨੇ। ਸੋ ਵੈਲਥ ਦੇ ਹਿਸਾਬ ਨਾਲ ਸਿੱਖ ਕੌਮ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ ਇੱਥੇ ਆ ਕੇ, ਅਤੇ ਤਕਰੀਬਨ ਸਟੈਟਿਸਟਿਕਸ ਹਿਸਾਬ ਨਾਲ ਮੈਜੋਰਟੀ ਸਿੱਖ ਸਾਰੇ ਕੰਮਾਂ ਕਾਰ ਵਾਲੇ ਨੇ, ਇੰਪਲੋਇਮੈਂਟ ਵਿੱਚ ਨੇ। ਅਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿ ਸਿੱਖ ਬਾਹਰ ਜਦੋਂ ਆਏ ਨੇ, 1907 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਇਨ ਵੈਨਕੂਵਰ, 1911 ਦੇ ਵਿੱਚ ਜਿਹੜਾ ਇੱਥੇ ਗੁਰਦੁਆਰਾ ਸ਼ਾਊਟ ਸੀ ਲੰਡਨ ਦੇ ਵਿੱਚ ਉਹ ਬਣਿਆ, 1912 ਦੇ ਵਿੱਚ ਸਟਾਕਟਨ USA ਦੇ ਜਿੱਥੋਂ ਗਦਰ ਲਹਿਰ ਉੱਠੀ ਸੀ ਉਹ ਗੁਰਦੁਆਰਾ ਬਣਿਆ। ਅਤੇ ਇਹ ਜੋ ਸਿੱਖਾਂ ਦੀ ਪ੍ਰਾਪਤੀ ਹੈ, ਅਤੇ ਉਹਨਾਂ ਦੱਸਿਆ ਹੈ ਕਿ ਸਿੱਖ ਲਿਵ ਐਂਡ ਵਰਕ ਇਨ 30 ਕੰਟਰੀਜ਼, 30 ਮੁਲਕਾਂ ਦੇ ਵਿੱਚ ਸਿੱਖ ਇਸ ਵੇਲੇ ਖਿਲੇ ਹੋਏ ਨੇ। ਅਤੇ ਸਾਡੀ ਜਿਹੜੀ ਆਉਣ ਵਾਲੀ ਯੰਗ ਜਨਰੇਸ਼ਨ ਦੇ ਸਪੀਕ ਐਟਲੀਸਟ 10 ਲੈਂਗੁਏਜਿਸ। ਆ ਤੁਹਾਡੀ ਪ੍ਰਾਪਤੀ ਹੈ ਕਿ ਆਉਣ ਵਾਲੇ ਬੱਚੇ ਤਕਰੀਬਨ 10 ਬੋਲੀਆਂ ਬੋਲਦੇ ਨੇ।
ਤੇ ਜਿਹੜੀ ਸਿੱਖ ਇੰਸਟੀਟਿਊਸ਼ਨ ਗੁਰਦੁਆਰੇ ਲਾ ਲਓ, ਧਾਰਮਿਕ ਸੰਸਥਾਵਾਂ, ਤਕਰੀਬਨ 10,000 ਬੰਦੇ ਨੂੰ ਇਹ ਉਹਨਾਂ ਦੀ ਲਾਈਵਲੀਹੁੱਡ ਬਣਿਆ ਹੋਇਆ ਹੈ, ਉਹਨਾਂ ਰੋਜ਼ੀ ਦਿੰਦੇ ਆ। ਉਸ ਤੋਂ ਬਾਅਦ ਬਰੀਫਲੀ ਨੀਡ, ਡਿਮਾਂਡਸ, ਚੈਲੰਜਸ ਐਂਡ ਇਸ਼ੂਜ਼। ਪਹਿਲਾ ਹੈ ਇੰਟਰਫੇਥ ਮੈਰਿਜ, ਜਿਹੜਾ ਭਾਈ ਅਵਤਾਰ ਸਿੰਘ ਜੀ ਇਹ ਤੋਂ ਬਾਅਦ ਆ ਰਹੇ ਨੇ, ਉਹ ਇਹਨੂੰ ਐਕਸਪਲੋਰ ਕਰਨਗੇ ਕਿ ਜਿਹੜੀ ਆਪਾਂ ਇਹ ਇਸ ਵੇਲੇ ਤਰਾਸਕੀ ਫੇਸ ਕਰ ਰਹੇ ਹਾਂ। ਸਾਡੇ ਬੱਚੇ ਇੱਥੇ, ਅਸੀਂ ਚੌਥੀ ਜਨਰੇਸ਼ਨ ਆ ਅਤੇ ਬੱਚੇ ਇਹਦੇ 'ਚ ਪੜ੍ਹਦੇ ਨੇ, ਸੁਭਾਵਿਕ ਹੈ ਇੰਟਰਫੇਥ ਮੈਰਿਜਿਸ ਹੋਣੀਆਂ, ਪਰ ਉਹਦੀ ਆਊਟਕਮ ਕੀ ਹੈ, ਕੀ ਹੋ ਰਿਹਾ, ਉਹ ਦੱਸਣਗੇ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ, ਉਹ ਤੁਸੀਂ ਸਾਰੇ ਜਾਣਦੇ ਹੋ, ਜਿਸ ਕਰਕੇ ਇਹ ਸੈਮੀਨਾਰ ਕੀਤਾ ਗਿਆ ਕਿ ਸਾਡੀ ਆਵਾਜ਼, ਸਾਡੀ ਇਨਪੁਟ ਉੱਥੇ ਕਿਸ ਤਰ੍ਹਾਂ ਸੁਣੀ ਜਾਵੇ। ਜੋ ਮਤਾ ਉੱਥੋਂ ਪਾਸ ਹੁੰਦਾ ਹੈ, ਸ਼੍ਰੋਮਣੀ ਕਮੇਟੀ ਜਿਹੜੀ ਕਿ ਨੁਮਾਇੰਦਗੀ ਪੰਜਾਬ ਦੀ ਕਰਦੀ ਹੈ, ਮੰਨਣਾ ਸਾਨੂੰ ਸਾਰਿਆਂ ਨੂੰ ਪੈਂਦਾ, ਪਰ ਸਾਡੀ ਗੱਲ ਕੋਈ ਸੁਣਦੀ, ਸਾਡੀ ਪ੍ਰੋਬਲਮਸ ਕੋਈ ਨਹੀਂ ਸੁਣੀ ਜਾਂਦੀਆਂ। ਆਹ ਲੰਗਰ ਦਾ ਮਤਾ ਲਾ ਲਓ, ਜਿਹੜਾ ਹੁਣ ਆਹ ਟੈਲੀਫੋਨਾਂ ਦਾ ਗੁਰਬਾਣੀ ਬਾਰੇ ਮਤਾ ਪਾਸ ਕਰ ਦਿੱਤਾ। ਅੱਜ ਕੱਲ੍ਹ ਹਰ ਬੱਚਾ ਗੁਰਬਾਣੀ ਟੈਲੀਫੋਨ ਤੋਂ ਪਾਠ ਕਰਦਾ ਜਾਂ ਕੰਪਿਊਟਰ ਤੋਂ, ਅਤੇ ਇਹ ਜੇ ਬਰੋਡਲੀ ਉੱਦਾਂ ਮਤਾ ਪਾਸ ਕਰਦੇ ਨੇ, ਟੈਲੀਫੋਨਾਂ ਤੋਂ ਪਾਠ ਨਹੀਂ ਕਰ ਸਕਦੇ ਜੀ, ਇਹ ਫਿੱਟ ਸਾਡੇ ਵਾਸਤੇ ਨਹੀਂ ਪੈਂਦਾ। ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਟੈਲੀਫੋਨ ਲੈ ਕੇ ਜਾਂ ਚੌਰ ਸਾਹਿਬ ਕੋਈ ਕਰਦਾ ਹੈ, ਉੱਥੇ ਜੋ ਬੈਠੇ ਨੇ ਉਹ ਜ਼ਰੂਰ ਬਣਾ ਹੋਣਾ ਚਾਹੀਦਾ। ਇਹੋ ਜਿਹੇ ਹੁਕਮਨਾਮੇ ਕਿੱਦਾਂ ਉੱਥੋਂ ਆਉਣੇ ਚਾਹੀਦੇ ਨੇ ਅਤੇ ਸਾਡੀ ਕੀ ਇਨਪੁਟ। ਉਸ ਤੋਂ ਉਪਰੰਤ ਜਿਹੜੇ ਲਾਸ ਆਫ ਪੰਜਾਬੀ, ਆ A ਲੈਵਲ ਪੰਜਾਬੀ ਇੱਥੇ ਬੰਦ ਹੋ ਰਹੀ ਹੈ, ਉਹਦੇ ਵਾਸਤੇ ਅਸੀਂ ਕੀ ਕਰਨਾ, ਆਪਣੇ ਬੱਚੇ ਦੇ ਅਗਲੇ ਸਾਲ ਤੋਂ A ਲੈਵਲ ਪੰਜਾਬੀ ਨਹੀਂ ਕਰ ਸਕਦੇ। ਅਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਉਹ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਸਾਡੇ ਪ੍ਰੀਚਰ ਨੇ, ਜਿਹੜੇ ਸਾਡੇ ਧਰਮ ਦੇ ਕਥਾਕਾਰ ਲਾ ਲਓ, ਪ੍ਰਚਾਰਕ ਲਾ ਲਏ ਨੇ, ਜਿੰਨਾ ਚਿਕਰ ਉਹ ਬਾਈਲਿੰਗੁਅਲ ਨਹੀਂ ਹੋਏ, ਉਹਨਾਂ ਚਿਕਰ ਮਤ ਜਾਣਿਓ ਕਿ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੇ ਉਹਨਾਂ ਤੋਂ ਸੁਣਨਾ। ਉਹਨਾਂ ਦੀ ਬੋਲੀ ਆਪਣੀ ਹੈ, ਜਿਹੜੇ ਇੰਡੀਆ ਤੋਂ ਆਉਂਦੇ ਨੇ ਆਪਣੀ ਬੋਲੀ ਹੈ। ਸਾਡੇ ਬੱਚੇ ਇੱਥੇ ਪੜ੍ਹੇ ਲਿਖੇ, ਇਸੇ ਕਰਕੇ ਗੈਪ ਪੈ ਰਿਹਾ। ਸਾਨੂੰ ਪ੍ਰੀਚਰ ਸਾਡੇ ਇੱਥੋਂ ਪੈਦਾ ਕਰਨੇ ਪੈਣੇ, ਜਿਹੜੇ ਦੂਸਰਾ ਧਰਮ ਪੈਦਾ ਕਰ ਰਹੇ ਨੇ। 2 ਕਾਲਜਾਂ ਉਹਨਾਂ ਦੀ ਖੁੱਲ੍ਹੀਆਂ ਹੋਈਆਂ ਨੇ, ਅਤੇ ਮੈਂ ਬੜੀ ਵਾਰੀ ਗੱਲ ਦੱਸੀ ਹੈ ਕਿ ਮੈਂ ਮੌਸਕ ਦੇ ਵਿੱਚ ਬੈਠਾ, ਮੇਰੇ ਕੋਲ ਬੈਠਾ ਹੈ ਉੱਥੋਂ ਦਾ ਮੌਲਵੀ, ਅਤੇ ਮੈਂ ਗੱਲਬਾਤ ਕਰ ਰਿਹਾ ਹੁਣ। ਉਹ ਕਹਿੰਦਾ ਜੀ ਮੈਂ ਇੱਥੇ ਦਾ ਪੜ੍ਹਿਆ ਲਿਖਿਆ BA। ਮੈਂ ਕਿਹਾ ਤਨਖਾਹ? ਕਹਿੰਦਾ ਇਹ ਤਨਖਾਹ ਮੇਰੀ ਹੈਗੀ 22,000 ਪਾਉਂਡ ਪਲੱਸ ਕਰ। ਮੈਂ ਕਿਹਾ ਕੰਮ? ਕਹਿੰਦਾ ਮੈਂ ਮੌਸਕ ਦਾ ਨਹੀਂ, ਮੌਸਕ ਵਾਸਤੇ ਹੋਰ ਮੌਲਵੀ ਹੈ, ਮੇਰਾ ਕੰਮ ਸਕੂਲਾਂ ਕਾਲਜਾਂ ਵਾਸਤੇ। ਸੋ ਆਪਾਂ ਨੂੰ ਇੱਥੋਂ ਪ੍ਰੀਚਰ ਇੱਥੋਂ ਪੈਦਾ ਕਰਨੇ ਪੈਣੇ ਨੇ, ਜਿਹੜੇ ਕਿ ਬਾਈਲਿੰਗੁਅਲ ਦੋਨਾਂ ਬੋਲੀਆਂ ਦੇ ਵਿੱਚ ਇਹ ਦੱਸ ਸਕਣ। ਅਤੇ ਜਿਹੜੀ ਤਰਾਸਗੀ ਹੈ ਉਹ ਸਾਡੀ ਹੈ ਕਿ 9/11 ਜਿਹੜੀ ਕਿ ਅਮਰੀਕਾ ਵਿੱਚ 2003 ਵਿੱਚ ਹੋਈ, ਉਹ ਤੋਂ ਪਹਿਲਾਂ ਸਾਡੇ ਵਾਸਤੇ ਪ੍ਰੋਬਲਮ ਸੀ। ਸਾਡੀ 5 ਕਕਾਰ ਲਾ ਲਓ ਜਾਂ ਸਾਡੀ ਦਸਤਾਰ ਸਿਰਫ ਕੰਮਾਂ 'ਤੇ ਸੇਫਟੀ ਵਾਸਤੇ ਕਿਹਾ ਜਾਂਦਾ ਸੀ ਕਿ ਤੁਸੀਂ ਨਹੀਂ ਪਾ ਸਕਦੇ, ਪਰ 9/11 ਤੋਂ ਬਾਅਦ ਮਿਸਟੇਕਨ ਆਇਡੈਂਟੀ ਸਾਨੂੰ ਉਹਨਾਂ ਨਾਲ ਜੋੜਿਆ ਜਾਂਦਾ ਹੈ ਜਿਹਦੇ ਅਧੀਨ ਅਮਰੀਕਾ ਦੇ ਵਿੱਚ ਕਈ ਕਤਲ ਹੋਏ ਨੇ। ਹੁਣ ਆਪਣੀ ਗੱਲ ਹੈ 15 ਤਰੀਕ ਇਹਨਾਂ ਦਿਨਾਂ ਦੇ ਵਿੱਚ ਕਿ ਅਮਰੀਕਾ ਦੇ ਵਿੱਚ ਨੇਵਲ ਆਫਿਸ ਦੇ ਉੱਤੇ ਅਟੈਕ ਹੋਏ, 4 ਆਰਮੀ ਦੇ ਬੰਦੇ ਮਾਰੇ ਗਏ, ਅਤੇ ਜਿਹੜਾ ਮਾਰਨ ਵਾਲਾ ਸੀ ਪੂਰਾ ਦਾੜੀ, ਉੱਥੇ ਉਹਨਾਂ ਨੇ ਸਿੱਖ, ਠੀਕ ਹੈ ਮੇਰੇ ਵੀਰ ਕੰਮ ਕਰਦੇ ਸਿੱਖ ਕੋਲੀਸ਼ਨ ਵਾਲੇ, ਉਹਨਾਂ ਉਦੋਂ ਇਸ਼ੂ ਕਰ ਦਿੱਤੇ, ਅਲਰਟ ਕਰ ਦਿੱਤਾ ਆਪਣੀ ਕਮਿਊਨਿਟੀ ਨੂੰ ਕਿ ਬੈਕਲੈਸ਼ ਸ਼ਾਇਦ ਹੋਵੇ, ਤੁਸੀਂ ਸੁਚੇਤ ਰਹਿਣਾ। ਸੋ ਇਹ ਸਾਡੇ ਇਸ਼ੂਜ਼ ਨੇ ਕੁਝ ਜਿਹੜੇ ਅਕਾਲ ਤਖਤ ਸਾਹਿਬ ਜੀ ਤੋਂ ਸਾਨੂੰ ਡਾਇਰੈਕਸ਼ਨ ਚਾਹੀਦੇ ਨੇ। ਬਰੀਫਲੀ ਮੈਂ ਦੱਸ ਦਿੱਤੇ ਨੇ। ਜੋ ਸੰਘਾ ਸਾਹਿਬ ਉਹ ਨਹੀਂ ਇੱਥੇ ਆ ਸਕੇ ਗਾ, 1-2 ਹੋਰ ਵੀ ਨੇ, ਰੈਡੀਕਲਾਈਜੇਸ਼ਨ ਅਤੇ ਕੌਨਫਲਿਕਟਸ ਐਂਡ ਕਮਿਊਨੀਕੇਸ਼ਨ, ਇਹੋ ਜਿਹੇ ਮਤੇ ਜਿਹੜੇ ਸਾਡੇ ਇਸ਼ੂਜ਼ ਨੇ। ਭਾਈ ਅਵਤਾਰ ਸਿੰਘ ਜੀ ਇਹਨਾਂ 'ਤੇ ਬਾਅਦ ਵਿੱਚ ਹੋਰ ਚਾਨਣਾ ਪਾਉਣਗੇ। ਅਤੇ ਆਪਾਂ ਹੁਣ ਜਿਹੜਾ ਅਗਲਾ ਸਬਜੈਕਟ ਹੈ ਉਹ ਹੈ ਤੀਸਰਾ, ਰਾਈਜ਼ ਆਫ ਸਰਬੱਤ ਖਾਲਸਾ ਅੰਡਰਪਿਨਿੰਗ ਸਟਰੈਂਥਸ ਆਫ ਸ਼੍ਰੀ ਅਕਾਲ ਤਖਤ ਸਾਹਿਬ। ਇਹ ਭਾਈ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਹਰ ਹਫ਼ਤੇ ਲਗਾਤਾਰ ਸੁਣਦੇ ਹੋ ਕਈਆਂ ਸਾਲਾਂ ਤੋਂ, ਉਹਨਾਂ ਦਾ ਸਬਜੈਕਟ ਹੈ ਕਿ ਸਰਬੱਤ ਖਾਲਸਾ ਦੀ ਕੌਨਸੈਪਟ ਕੀ ਸੀ, ਕਿ ਅੱਜ ਕੱਲ੍ਹ ਕੀ ਹੈ, ਅਸੀਂ ਕੀ ਉਹਨੂੰ ਕਿੰਨਾ ਕੁ ਮੰਨਦੇ ਹਾਂ।
ਤੇ ਅਕਾਲ ਤਖਤ ਸਾਹਿਬ ਜੀ ਸਟਰੈਂਥ, ਤੇ ਉਦੋਂ ਬਾਅਦ ਪ੍ਰੋਫੈਸਰ ਸਿੰਘ ਸਾਹਿਬ ਮਨਜੀਤ ਸਿੰਘ ਜੀ। ਮੈਂ ਬੇਨਤੀ ਕਰਾਂਗਾ ਭਾਈ ਅਵਤਾਰ ਸਿੰਘ ਜੀ ਆ ਜਾਣ ਅਤੇ ਸਰੋਪਾ ਦੇਣਾ ਹੈ। ਸਰੋਪਾ ਦਿਓ ਜੀ। ਜਿਨ੍ਹਾਂ ਨੇ ਜੌਨ ਨੇ ਇੱਥੇ ਦੁੱਧ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਸਰੋਪਾ ਵੀ ਦੇ ਲਓ। Can I ask John to come forward? ਬਾਬਾ ਜੀ ਉੱਠੋ। ਇਹਨਾਂ ਨੇ ਦੁੱਧ ਦੀ ਫ੍ਰੀ ਸੇਵਾ ਕੀਤੀ ਹੈ ਲੰਗਰ ਦੇ ਵਿੱਚ। ਬਹੁਤ ਬਹੁਤ ਮੈਨੀ ਥੈਂਕਸ ਜੌਨ ਫॉर ਪ੍ਰੋਵਾਈਡਿੰਗ ਮਿਲਕ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। And I hope he will continue in the coming years. Thank you. ਭਾਈ ਅਵਤਾਰ ਸਿੰਘ ਜੀ, next subject, rise of Sarvat Khalsa, underpinning strengths of Shri Akal Takht Sahib. परम सत्कारयोग गुरु खालसा जी, फतेह प्रवान करो। वाहिगुरू जी का खालसा, वाहिगुरू जी की फतेह। समूचे संसार च बसन वाला सिख जिस दा विश्वास श्री गुरु ग्रंथ साहब जी दे उत्ते है, वो अकाल तख्त साहब की छतर छाया हेठ अपने आप नूं सुरੱਖਿਅਤ महसूस करता है। मेरे तो पहला मानयोग ज्ञानी गुरबख्श सिंह जी गुलशन जी ने अकाल तख्त साहब का जिहड़ा सारा स्पिरिचुअल कॉन्सैप्ट है, उसका जिहड़ा अध्यात्मक पक्ष है, शरीरां तो उपर उठण वाली जिहड़ी गल है, वो बड़ी खूबसूरती दे नाल अपने नाल सांझी कीती है। उन्हां तो बाद मेरा छोटा वीर डॉक्टर सुखप्रीत सिंह, मैनूं बड़ा माण है इन्हां दे उत्ते। इन्हां ने जिहड़ा इतिहासिक परिपेख दे विच पुरातन समय दे विच साडे बजुर्ग अकाल तख्त साहब ते बैठ के पंथ दे भले दे फैसले किवें करदे सन ते वो उस फैसलिਆਂ ਨੂੰ पंथ किवें स्वीकार करदा सी, ਉਹਦੇ ਬਾਰੇ ਗੱਲ ਕੀਤੀ ਹੈ। ਅੱਜ ਇਹ ਜਿਹੜਾ ਸੈਮੀਨਾਰ ਆ, ਇਹ ਉਚੇਚੇ ਤੌਰ ਤੇ ਮੈਂ ਬਾਬਾ ਜੀ ਦਾ, ਡਾਕਟਰ ਸਾਧੂ ਸਿੰਘ ਜੀ ਦਾ ਤੇ ਬਾਕੀ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਨਾ ਚਾਹੁੰਦਾ। ਇਹ ਸੈਮੀਨਾਰ ਇਸ ਕਰਕੇ ਕਰਨਾ ਪਿਆ, मैं शब्द करना पिया वरत रहा कि पिछले कुछ दिनों तो कुछ ऐसियां घटनावां वापरियां जिहड़ियां साडे ध्यान दे विच इस ढंग नाल आईयां कि किसी ना किसी रूप दे विच प्रदेशां दे विच विदेशां दे विच वसदे सिख ने, जिहड़े सिख संगतां ने जिहड़ियां, उन्हां दे मनां दे विच किते ना किते कोई ना कोई रोसा है, जिहदे कारण ऐसी हालत बने कि कई थावां ते अज श्री अकाल तख्त साहब के सन्मानयोग जथेदार साहब जी नूं अपने विचार प्रगट करन तो भी रोक दिता गया है। हर सूझवान ते चेतन सिख वास्ते ये एक चिंता का विषय है। असी अगर इस नूं अज नहीं सोचांगे, अगों दे जे चेती है तां कायत मिले सजाई। समा काफ़ी लंघ चुका है। अकाल तख्त साहब संसार के हर बसते सिख के मान ते सन्मान का जामन है। मैं इंग्लैंड की धरती ते सैर उच्चा करके इस करके जीव रहा है, मैनू पता है मैं अकाल तख्त साहब की छतर छाया हेठ अपना जीवन बतीत करदा है। बहुत खूबसूरती दे नाल मीरी ते पीरी के कॉन्सैप्ट की गल अपने नाल सांझी की गई मेरे तो पहला। मीरी ते पीरी का मतलब ही ये है, असी सिर्फ नाम जपण वाले लोग नहीं हैं, असी राजनीतिक सरगर्मियां दे विच भी इफैक्टिवली पार्टिसिपेट करने वाले लोग हैं। इसे करके ही असी राजनीतिक तौर पर भी मान सन्मान का जीवन जीउंदे हैं ते मान सन्मान दे नाल जीउण दी आस रखते हैं। जे कोई राजनीतिक ताकत सानू मान ते सन्मान का जीवन जीउण तो रोकती है, फिर असी उस जीवन नू जीउण तो भी हथ जोड़ बैठते हैं। असी वो जीवन नहीं जो जीना चाहते जिहदे विच साडा मान ते सन्मान जिहड़ा है वो ना बचदा होए। ये सिक्ख्या सानू गुरु साहिबां ने दित्ती है ते इस सोच का जिहड़ा पहरेदार है
ਉਹ ਗੁਰੂ ਖਾਲਸਾ ਪੰਥ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰਗਟ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ। ਪੰਥ ਪ੍ਰਵਾਨ ਤ੍ਰੈਤ ਮਰਿਆਦਾ ਦੇ ਵਿੱਚ ਹਰ ਸਿੱਖ ਨੇ ਪੰਥ ਦਾ ਇੱਕ ਅੰਗ ਬਣ ਕੇ ਆਪਣਾ ਧਰਮ ਨਿਭਾਉਣਾ ਹੈ। ਹਰ ਸਿੱਖ ਵਾਸਤੇ ਹਦਾਇਤ ਹੈ ਕਿ ਉਸ ਦਾ ਧਰਮ ਉਦੋਂ ਤੱਕ ਨਹੀਂ ਨਿਭਦਾ ਜਦੋਂ ਤੱਕ ਉਹ ਗੁਰੂ ਖਾਲਸਾ ਪੰਥ ਦਾ ਅੰਗ ਨਹੀਂ ਬਣਦਾ। ਉਹਦੇ ਨਾਲ ਹੀ ਗੁਰੂ ਪੰਥ ਨੂੰ ਡਿਫਾਈਨ ਕੀਤਾ ਗਿਆ ਹੈ, ਤਿਆਰ ਵਾਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਮੈਂ ਇਸ ਨੁਕਤੇ ਤੇ ਤੁਹਾਡਾ ਖਾਸ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ। ਤਿਆਰ ਵਾਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ, ਸਮੁੱਚੇ ਨੂੰ ਅੰਡਰਲਾਈਨ ਕਰ ਲਓ, ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਆ। ਇਹ ਪੰਥ ਪ੍ਰਵਾਨ ਤ੍ਰੈਤ ਮਰਿਆਦਾ ਦੇ ਵਿੱਚ ਇਹ ਦੋ ਸ਼ਰਤਾਂ ਸਾਡੇ ਵਾਸਤੇ ਡਿਫਾਈਨ ਕੀਤੀਆਂ ਗਈਆਂ। ਉਹ ਸਮੁੱਚਾ ਜਿਹੜਾ ਸਮੂਹ ਹੈ ਉਹਦੇ ਵਿੱਚ ਚਾਹੇ ਉਹ ਸਿੱਖ ਇੰਗਲੈਂਡ ਦੇ ਵਿੱਚ ਵਸਦਾ ਹੈ, ਚਾਹੇ ਉਹ ਸਿੱਖ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਕਿਸੇ ਵੀ ਦੇਸ਼ ਵਿੱਚ ਵਸਦਾ ਹੈ, ਜਾਂ ਉਹ ਪੰਜਾਬ 'ਚ ਵਸਦਾ, ਜਾਂ ਪੰਜਾਬ ਤੋਂ ਬਾਹਰ ਵਸਦਾ, ਜਾਂ ਪਾਕਿਸਤਾਨ 'ਚ ਵਸਦਾ ਹੈ, ਉਹ ਸਮੁੱਚੇ ਗੁਰੂ ਖਾਲਸਾ ਪੰਥ ਦਾ ਹਿੱਸਾ ਹੈ। ਕਿਉਂਕਿ ਇਹ ਸਬਜੈਕਟ ਬੜਾ ਸੈਂਸਿਟਿਵ ਸੀ, ਆਮ ਤੌਰ 'ਤੇ ਜਿਹੜੇ ਰਿਸਰਚ ਪੇਪਰਸ ਹੁੰਦੇ ਨੇ ਬੰਦ ਕਮਰੇ ਦੇ ਵਿੱਚ ਸੈਮੀਨਾਰ ਦੇ ਰੂਪ 'ਚ ਕੀਤੇ ਜਾਂਦੇ। ਇਸ ਵਾਰ ਬਾਬਾ ਜੀ ਨੇ ਤੇ ਪ੍ਰਬੰਧਕਾਂ ਨੇ ਖਾਸ ਤੌਰ 'ਤੇ ਇਹ ਉਪਰਾਲਾ ਕੀਤਾ ਕਿ ਸੰਗਤ ਦੇ ਸਾਹਮਣੇ ਕੀਤਾ ਜਾਏ ਤਾਂ ਕਿ ਸੰਗਤਾਂ ਨੂੰ ਇਹਦੇ ਸੰਬੰਧ ਵਿੱਚ ਜਾਗਰੂਕ ਕੀਤਾ ਜਾਏ। ਇਹ ਜਿਹੜਾ ਮੇਰਾ ਵਿਸ਼ਾ ਬੜਾ ਸੈਂਸਿਟਿਵ ਹੈ, ਬੜਾ ਨਾਜ਼ੁਕ ਜਿਹਾ ਵਿਸ਼ਾ ਹੈ। ਮੈਂ ਬੋਚ ਕੇ ਕਦਮ ਰੱਖਣ ਦਾ ਯਤਨ ਕਰਾਂਗਾ। ਸਤਿਗੁਰੂ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੇਨਤੀ ਹੈ, ਅਰਦਾਸ ਹੈ ਕਿ ਮੈਨੂੰ ਸਮੱਤ ਦੇਣ ਕਿ ਮੈਂ ਤੁਹਾਡੇ ਨਾਲ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਹੈ ਉਹ ਸਤਿਕਾਰ ਦੀ ਸੀਮਾ ਦੇ ਵਿੱਚ ਰਹਿੰਦਾ ਹੋਇਆ ਆਪ ਦੇ ਨਾਲ ਸਾਂਝੀਆਂ ਕਰ ਸਕਾਂ। ਅੱਜ 21ਵੀਂ ਸਦੀ ਵਿੱਚ ਸਿੱਖ ਜਾਂ ਖਾਲਸਾ ਪੰਥ ਸਾਰੇ ਸੰਸਾਰ ਵਿੱਚ ਵਸਦਾ ਹੈ। ਇਸੇ ਕਰਕੇ ਅੱਜ ਗੁਰੂ ਪੰਥ ਦਾ ਵਿਸ਼ਵੀਕਰਨ, ਗਲੋਬਲਾਈਜੇਸ਼ਨ ਹੋ ਗਿਆ। ਸਮੁੱਚੇ ਪੰਥ ਨੂੰ ਇੱਕ ਧੁਰੇ ਨਾਲ ਜੋੜਨ ਤੇ ਇਕਸਾਰਤਾ ਕਾਇਮ ਰੱਖਣ ਲਈ ਜ਼ਰੂਰੀ ਹੋ ਗਿਆ ਹੈ ਕਿ ਗੁਰੂ ਖਾਲਸਾ ਪੰਥ ਸੰਸਾਰ ਦੇ ਹਰ ਕੋਨੇ ਵਿੱਚ ਵਸਦੇ ਸਿੱਖ ਦੀ ਯੋਗ ਅਗਵਾਈ ਕਰੇ ਤੇ ਹਰ ਸਿੱਖ ਪੰਥ ਦਾ ਇੱਕ ਜ਼ਰੂਰੀ ਅੰਗ ਬਣ ਕੇ ਸਮਰਪਿਤ ਜੀਵਨ ਜੀਵੇ। ਅੱਜ ਸੰਸਾਰ ਦੇ ਵੱਖ-ਵੱਖ ਖਿੱਤਿਆਂ 'ਚ ਰਹਿਣ ਵਾਲੇ ਸਿੱਖਾਂ ਦੀਆਂ ਜ਼ਰੂਰਤਾਂ, ਮਸਲੇ ਤੇ ਭਵਿੱਖ ਦੀਆਂ ਚੁਣੌਤੀਆਂ ਵੱਖ-ਵੱਖ ਹਨ। ਇਸ ਸਮੇਂ ਮਹਿਸੂਸ ਹੋ ਰਿਹਾ, ਮੈਂ ਸ਼ਬਦ ਵਰਤਿਆ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਬਾਕੀ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਕੀਤੇ ਜਾਣ ਵਾਲੇ ਫੈਸਲੇ ਸੰਸਾਰ ਦੇ ਇੱਕ ਖਿੱਤੇ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਜਾਂਦੇ ਨੇ। ਇਹ ਮਹਿਸੂਸ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਤਾਂ ਹੈ, ਪਰ ਉਹ ਆਪਣੇ ਆਪ ਨੂੰ ਸਮੁੱਚਾ ਪੰਥ ਹੋਣ ਦਾ ਭਰਮ ਪਾਲ ਬੈਠੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪ੍ਰਬੰਧਕ ਸੰਸਥਾ ਦੇ ਰੂਪ ਦੇ ਵਿੱਚ ਪੰਜਾਬ ਦੇ 3 ਤਖਤ ਸਾਹਿਬਾਨ ਦੇ ਪ੍ਰਬੰਧ ਦੀ ਜ਼ਿੰਮੇਵਾਰ ਤਾਂ ਹੈ, ਪਰ ਉਹ ਸਮੁੱਚੇ ਪੰਥ ਦੇ ਭਵਿੱਖ ਦੇ ਫੈਸਲੇ ਕਰਨ ਤੇ ਉਹ ਫੈਸਲੇ ਠੋਸਣ ਦਾ ਅਧਿਕਾਰ ਬਿਲਕੁਲ ਹੀ ਨਹੀਂ ਰੱਖਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਰਾਜਨੀਤਿਕ ਪਾਰਟੀ ਵੱਲੋਂ ਚੋਣ ਲੜ ਕੇ ਬਹੁ ਗਿਣਤੀ ਦੇ ਆਧਾਰ ਤੇ ਗੁਰਦੁਆਰਾ ਪ੍ਰਬੰਧ ਵਿੱਚ ਆਈ ਹੈ, ਜਿਸ ਕਾਰਨ ਰਾਜਨੀਤਿਕ ਪਾਰਟੀ ਦੇ ਰਾਜ ਪ੍ਰਾਪਤ ਕਰਨ ਦੇ ਟੀਚੇ, ਵੋਟ ਪ੍ਰਾਪਤ ਕਰਨ ਦੀ ਦੌੜ ਵਿੱਚ ਅਕਸਰ ਪੰਥਕ ਮਸਲੇ ਰਾਜਨੀਤੀ ਦੇ ਸ਼ਿਕਾਰ ਹੋ ਗਏ ਮਹਿਸੂਸ ਕੀਤੇ ਜਾਂਦੇ ਹਨ ਤੇ ਇਹ ਸੁਭਾਵਿਕ ਹੈ। ਜਦੋਂ ਵੋਟ ਦੀ ਰਾਜਨੀਤੀ ਹੋਏਗੀ ਫਿਰ ਇਸ ਤਰ੍ਹਾਂ ਹੋਵੇਗਾ। ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਅੱਜ 10 ਗੁਰੂ ਸਾਹਿਬਾਨ ਵੱਲੋਂ ਬਖਸ਼ੀ ਨਿਆਰੀ ਜੀਵਨ ਜਾਚ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਿਥੀ ਗਈ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਰਵ ਉੱਚਤਾ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਜਿੱਥੇ ਪੰਥ ਵੱਲੋਂ ਕੀਤੇ ਫੈਸਲਿਆਂ ਤੇ ਕਈ ਵਾਰ ਕਿੰਤੂ ਪਰੰਤੂ ਹੁੰਦੇ ਹਨ, ਇੱਥੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੀ ਸੰਸਾਰ ਦੇ ਸਿੱਖਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਉੱਤਰ ਦੇਣ ਤੋਂ ਅਸਮਰੱਥ ਨਜ਼ਰ ਆਉਂਦੇ ਹਨ ਤੇ ਉਹਨਾਂ ਦੀ ਸਤਿਕਾਰਤ ਪਦਵੀ ਦਾ ਨਰਾਦਰ ਵੀ ਹੁੰਦਾ ਮਹਿਸੂਸ ਹੁੰਦਾ ਹੈ। ਇਸ ਨਾਲ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖ, ਜਿਨ੍ਹਾਂ ਵਾਸਤੇ ਗੁਰੂ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਮਾਣ ਤੇ ਸਨਮਾਨ ਦਾ ਜ਼ਾਮਨ
ਤੇ ਉਹਨਾਂ ਨੂੰ ਸਵੈ-ਮਾਣ ਵਾਲਾ ਜੀਵਨ ਜਿਉਣ ਲਈ ਅਗਵਾਈ ਦੇਣ ਤੋਂ ਖਾਮੋਸ਼ ਦਿਖਾਈ ਦਿੰਦਾ ਹੈ। ਜ਼ਰੂਰੀ ਨਹੀਂ ਕਿ ਇਵੇਂ ਹੈ, ਇਵੇਂ ਮਹਿਸੂਸ ਹੁੰਦਾ ਹੈ। ਇਹਨਾਂ ਹਾਲਤਾਂ ਵਿੱਚ ਜ਼ਰੂਰੀ ਹੋ ਗਿਆ ਹੈ ਕਿ ਪੁਰਾਤਨ ਰਵਾਇਤਾਂ ਤੋਂ ਅਗਵਾਈ ਲੈਂਦਿਆਂ ਅੱਜ ਸੰਸਾਰ ਦੇ ਸਿੱਖਾਂ ਨੂੰ ਸੱਚਮੁੱਚ ਹੀ ਗੁਰੂ ਖਾਲਸਾ ਪੰਥ ਦਾ ਅੰਗ ਬਣਾਉਣ ਤੇ ਉਹਨਾਂ ਅੰਦਰ ਆਪਣੇਪਣ ਦਾ ਸੰਕਲਪ ਮੁੜ ਸੁਰਜੀਤ ਕਰਨ ਦੇ ਲਈ, ਆਪਣੇਪਣ ਦਾ ਅਹਿਸਾਸ ਪੈਦਾ ਕਰਨ ਲਈ ਪੁਰਾਤਨ ਰਵਾਇਤਾਂ ਦੇ ਮੁਤਾਬਕ ਸਰਬੱਤ ਖਾਲਸਾ ਦਾ ਸੰਕਲਪ ਮੁੜ ਸੁਰਜੀਤ ਕੀਤਾ ਜਾਏ ਤਾਂ ਕਿ ਦੁਵੱਲਾ ਰਿਸ਼ਤਾ ਮਜ਼ਬੂਤ ਹੋਵੇ, ਦੋਪੱਖੀ ਰਿਸ਼ਤਾ, ਦੋ ਪਾਸਿਆਂ ਦਾ। ਪੰਜਾਬ ਜਾਂ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੇ ਬਹੁਤ ਸਾਰੇ ਵਿਰੋਧੀ ਹਾਲਤਾਂ ਦਾ ਮੁਕਾਬਲਾ ਕਰਕੇ ਸਮਾਜ ਵਿੱਚ ਸਤਿਕਾਰਯੋਗ ਸਥਾਨ ਪ੍ਰਾਪਤ ਕੀਤਾ ਹੈ। ਵਿਦੇਸ਼ਾਂ ਵਿੱਚ ਸਾਡੇ ਗੁਰਦੁਆਰੇ, ਸਾਡੀਆਂ ਸਭਾ ਸੁਸਾਇਟੀਆਂ ਭਾਵੇਂ ਧੜੇਬੰਦੀ ਦਾ ਵੀ ਸ਼ਿਕਾਰ ਹਨ, ਪਰ ਮਿਹਨਤ ਤੇ ਉੱਚ ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ 'ਤੇ ਜਾਂ ਵੱਡੇ ਵਪਾਰ ਪੈਦਾ ਕਰਕੇ ਆਰਥਿਕ ਤੇ ਸਮਾਜਿਕ ਤੌਰ 'ਤੇ ਸਤਿਕਾਰਯੋਗ ਦਰਜੇ ਦੀ ਪ੍ਰਾਪਤੀ ਕੀਤੀ ਹੈ। ਇਹ ਸਾਰੀਆਂ ਪ੍ਰਾਪਤੀਆਂ ਗੁਰੂ ਖਾਲਸਾ ਪੰਥ ਦੀ ਅਮੀਰੀ ਦਾ ਹਿੱਸਾ ਹਨ। ਡਾਕਟਰ ਸਾਹਿਬ ਨੇ, ਮੇਰੇ ਵੱਡੇ ਵੀਰ ਡਾਕਟਰ ਸੁਜਿੰਦਰ ਸਿੰਘ ਜੀ ਦੇ ਪੇਪਰ ਦੇ ਅੰਸ਼ ਤੁਹਾਡੇ ਨਾਲ ਸਾਂਝੇ ਕੀਤੇ ਕਿ ਇਸ ਦੇਸ਼ ਦੇ ਵਿੱਚ ਪਰ ਫੈਮਿਲੀ ਇਨਕਮ ਪੱਖੋਂ ਅਸੀਂ ਦੂਸਰੇ ਨੰਬਰ 'ਤੇ ਆ। ਇਹ ਸਾਡੇ ਵਾਸਤੇ ਕਿੰਨੀ ਵੱਡੀ ਮਾਣ ਦੀ ਗੱਲ ਹੈ। ਪਰ ਇਹ ਗੱਲ ਮੈਂ ਸਾਂਝੀ ਕਰ ਲੈਣੀ ਚਾਹੁੰਦਾ, ਇਹ ਐਵੇਂ ਆਸਾਨੀ ਨਾਲ ਨਹੀਂ ਹੋ ਗਿਆ। ਵਿਰੋਧੀ ਹਾਲਤਾਂ ਦੇ ਹੁੰਦਿਆਂ ਹੋਇਆਂ ਦੋਹਰੀ ਮਿਹਨਤ ਕਰਕੇ, ਸਖਤ ਮਿਹਨਤ ਕਰਕੇ ਇਹ ਪ੍ਰਾਪਤੀ ਕੀਤੀ ਹੈ। ਇਹ ਜਿਹੜੀ ਅੱਜ ਸਿੱਖ ਦੀ ਇੰਗਲੈਂਡ ਦੀ ਧਰਤੀ ਦੀ, UK ਦੀ ਧਰਤੀ ਦੀ ਪ੍ਰਾਪਤੀ ਹੈ, ਇਹ ਦਰਅਸਲ ਗੁਰੂ ਖਾਲਸਾ ਪੰਥ ਦੀ ਪ੍ਰਾਪਤੀ ਹੈ ਤੇ ਗੁਰੂ ਖਾਲਸਾ ਪੰਥ ਦੀ ਅਮੀਰੀ ਹੈ। ਅੱਜ ਲੋੜ ਹੈ ਕਿ ਗੁਰੂ ਖਾਲਸਾ ਪੰਥ ਸਾਰੇ ਸੰਸਾਰ ਵਿੱਚ ਫੈਲੀ ਹੋਈ ਪੰਥਕ ਅਮੀਰੀ ਨੂੰ ਪੰਥ ਦੀ ਅਮੀਰੀ ਜਾਣ ਕੇ ਉਹਨਾਂ ਅੰਦਰ ਆਪਣੇਪਣ ਦਾ ਅਹਿਸਾਸ ਪੈਦਾ ਕਰੇ ਤੇ ਉਹਨਾਂ ਦੀਆਂ ਸਮੱਸਿਆਵਾਂ ਲਈ ਉਹਨਾਂ ਦੀ ਯੋਗ ਅਗਵਾਈ ਕਰੇ। ਪਿਛਲੇ ਸਮੇਂ ਵਿੱਚ ਸਿੰਘ ਸਾਹਿਬਾਂ ਵੱਲੋਂ ਕੀਤੇ ਗਏ ਕਈ ਫੈਸਲੇ ਪਰਦੇਸਾਂ ਵਿੱਚ ਵਸਦੇ ਸਿੱਖਾਂ ਦੇ ਹਾਲਤਾਂ ਨੂੰ ਜਾਣਨ ਤੇ ਸਮਝਣ ਤੋਂ ਬਿਨਾਂ ਹੀ ਕੀਤੇ ਗਏ ਜਾਪਦੇ ਹਨ, ਜਿਸ ਨਾਲ ਸਾਡੀ ਅਗਲੀ ਪੀੜ੍ਹੀ ਦੇ ਮਨਾਂ ਵਿੱਚ ਪੰਥ ਦੇ ਕੇਂਦਰੀਕਰਨ ਸੰਬੰਧੀ ਸਵਾਲ ਪੈਦਾ ਹੋਏ ਹਨ। ਮੈਂ ਅਕਸਰ ਇਹ ਗੱਲ ਕਹਿਣਾ, ਅਸੀਂ ਤੁਸੀਂ ਭਾਵਨਾਤਮਕ ਤੌਰ 'ਤੇ ਸ਼ਰਧਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਗੁਰੂ ਖਾਲਸਾ ਪੰਥ ਨਾਲ ਜੁੜੇ ਹੋਏ ਹਾਂ। ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ, ਉਹ ਵੀ ਜਿਹੜੇ ਚੰਗੇ ਪਰਿਵਾਰਾਂ ਦੇ ਬੱਚੇ ਨੇ ਹੋ ਸਕਦਾ ਜੁੜੇ ਰਹਿਣ, ਪਰ ਅਗਲੇ ਜਿਹੜੀ ਸਾਡੀ ਪੀੜ੍ਹੀ ਹੈ, ਅਗਰ ਅਕਾਲ ਤਖ਼ਤ ਸਾਹਿਬ ਨੇ, ਗੁਰੂ ਖਾਲਸਾ ਪੰਥ ਨੇ ਉਹਨਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਜੇ ਐਡਰੈਸ ਨਾ ਕੀਤਾ ਤੇ ਇਹ ਦੁਵੱਲਾ ਰਿਸ਼ਤਾ ਕਾਇਮ ਰੱਖ ਸਕਣਾ ਮੁਸ਼ਕਲ ਹੋ ਜਾਏਗਾ। ਪੰਜਾਬ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਪੱਛਮ ਦੀ ਫੈਸ਼ਨ ਪ੍ਰਸਤੀ ਤੇ ਮੌਜ ਮੇਲੇ ਦੀ ਬਿਰਤੀ ਨੇ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕੀਤਾ ਹੈ। ਮੈਂ ਇਨ ਬ੍ਰੈਕਟ ਕੀਤਾ, ਇਹ ਵੀ ਸਿਰਫ ਪੰਜਾਬ ਦੀ ਨਿੱਘਰ ਦੀ ਹਾਲਤ ਦੀ ਜ਼ਿੰਮੇਵਾਰੀ ਕਿਸੇ ਦੂਜੇ 'ਤੇ ਸੁੱਟਣ ਦੀ ਸ਼ਰਾਰਤ ਹੀ ਹੈ। ਇਹ ਅਕਸਰ ਕਿਹਾ ਜਾਂਦਾ ਕਿ ਅਸੀਂ ਪੱਛਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਾਂ, ਅਸੀਂ ਮੌਜ ਮੇਲਾ ਅਤੇ ਫੈਸ਼ਨ ਪ੍ਰਸਤੀ ਦੇ ਸ਼ਿਕਾਰ ਹੈ। ਪਰ ਪੱਛਮ ਵਿੱਚ ਵਸਦੀ ਸਿੱਖ ਨੌਜਵਾਨੀ ਜੋ ਹਰ ਰੋਜ਼ ਇਸ ਤਰ੍ਹਾਂ ਦੀਆਂ ਹਾਲਤਾਂ ਦਾ ਮੁਕਾਬਲਾ ਕਰਦੀ ਹੈ, ਇਸ ਹਾਲਤ ਵਿੱਚ ਰਹਿ ਰਹੀ ਹੈ, ਉਹਨਾਂ ਦੀ ਯੋਗ ਅਗਵਾਈ ਕਰਨ ਵਾਸਤੇ ਦਿਸ਼ਾ ਨਿਰਦੇਸ਼ ਨਿਯਤ ਨਹੀਂ ਕੀਤੇ ਗਏ, ਸਗੋਂ ਆਪਣੇ ਫੈਸਲਿਆਂ ਰਾਹੀਂ ਕਈ ਵਾਰ ਉਹਨਾਂ ਅੰਦਰ ਦੁਬਦਾ ਤੇ ਭੁਲੇਖੇ ਪੈਦਾ ਕੀਤੇ ਗਏ। ਪੰਥਕ ਏਕਤਾ ਦਾ ਧੁਰਾ ਹੈ ਰਹਿਤ ਮਰਿਆਦਾ। ਪੰਥ ਉਸ ਵੇਲੇ ਤਕੜਾ ਹੈ ਜਦੋਂ ਇਕੱਠਾ ਹੈ। ਜਦੋਂ ਪੰਥ ਇਕੱਠਾ ਨਹੀਂ, ਪੰਥ ਦੀ ਤਾਕਤ ਖੇਰੂ ਹਿੱਸਿਆਂ 'ਚ ਵੰਡੀ ਹੋਈ ਹੈ, ਉਹ ਤਕੜਾ ਨਹੀਂ। ਤੇ ਪੰਥਕ ਏਕਤਾ ਦਾ ਧੁਰਾ ਹੈ ਪੰਥਕ ਰਹਿਤ ਮਰਿਆਦਾ। ਜੋ ਲੋਕ ਜਾਂ ਸੰਸਥਾਵਾਂ ਜਾਂ ਸੰਪਰਦਾਵਾਂ ਇਸ ਨੂੰ ਮੰਨਣ ਜਾਂ ਲਾਗੂ ਕਰਨ ਤੋਂ ਮੁਨਕਰ ਹਨ, ਉਹਨਾਂ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਂ ਵੱਲੋਂ ਸਮੇਂ-ਸਮੇਂ ਸਨਮਾਨਿਤ ਕਰਨਾ ਵੀ ਪੰਥਕ ਏਕਤਾ ਦੇ ਰਾਹ ਵਿੱਚ ਰੁਕਾਵਟ ਹੈ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਗਲਤ ਸੁਨੇਹਾ ਭੇਜਦਾ ਹੈ। ਅੱਜ ਵਿਦੇਸ਼ਾਂ ਵਿੱਚ ਅੰਤਰ ਕੌਮੀ ਵਿਆਹਾਂ ਦੀ ਸਮੱਸਿਆ ਹੈ।
ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਨੂੰ ਹੁਕਮਨਾਮਾ ਪ੍ਰਚਾਰ ਕੇ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ, ਮੈਨੂੰ ਖਿਮਾ ਕਰੋ ਇਸ ਸ਼ਬਦ ਲਈ, ਹੁੱਲੜਬਾਜ਼ੀ ਨਾਲ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਮੁਸ਼ਕਲ ਆਉਂਦੀ ਹੈ, ਉੱਥੇ ਅਸੀਂ ਵਿਆਹਾਂ ਵਿੱਚ ਸ਼ਾਮਲ ਹੋਣ ਵਾਲੇ ਗੈਰ ਸਿੱਖਾਂ ਵਿੱਚ ਵੀ ਆਪਣਾ ਮੌਜੂ ਬਣਾ ਰਹੇ ਹਾਂ ਅਤੇ ਨੌਜਵਾਨ ਪੀੜ੍ਹੀ ਨੂੰ ਹਮੇਸ਼ਾ ਲਈ ਗੁਰੂ ਪੰਥ ਅਤੇ ਗੁਰੂ ਸਥਾਨਾਂ ਤੋਂ ਦੂਰ ਕਰ ਰਹੇ ਹਾਂ। ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਅੱਜ ਸਾਡਾ ਧੁਰਾ ਖਾਮੋਸ਼ ਦਿਖਾਈ ਦਿੰਦਾ ਹੈ। ਗੁਰਦੁਆਰਿਆਂ ਦੇ ਆਪਸੀ ਝਗੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਧੱਕੇ ਮੁੱਕੀ ਅਤੇ ਆਪਸੀ ਆਮ ਜਿਹੀ ਗੱਲ ਹੈ। ਕਿਰਪਾਨਾਂ ਲਹਿਰਾ ਕੇ, ਦਸਤਾਰਾਂ ਉਤਾਰ ਕੇ, ਪੁਲਿਸ ਨੂੰ ਸੱਦ ਕੇ ਆਪਣੀਆਂ ਪੀੜ੍ਹੀਆਂ ਨੂੰ ਸਿੱਖੀ ਅਤੇ ਪੰਥ ਤੋਂ ਦੂਰੀ ਦਾ ਕਾਰਨ ਬਣ ਰਹੇ ਹਾਂ। ਗੁਰਦੁਆਰੇ ਜਿੱਥੇ ਕੀਰਤਨ, ਕਥਾ ਅਤੇ ਸਾਡੇ ਮਾਣ ਕਰਨਯੋਗ ਇਤਿਹਾਸ ਦੀ ਗੱਲ ਹੋਣੀ ਸੀ, ਉੱਥੇ ਅੱਜ ਬਹੁਤੀਆਂ ਥਾਵਾਂ 'ਤੇ ਆਪਸੀ ਲੜਾਈ, ਅਨਪੜ੍ਹ ਜਾਂ ਅੱਧ ਪੜ੍ਹੇ ਪ੍ਰਚਾਰਕਾਂ ਵੱਲੋਂ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ। ਇਲੈਕਟ੍ਰੋਨਿਕ ਮੀਡੀਆ ਦੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜੋਕੇ ਪ੍ਰਚਾਰ ਦੇ ਸਾਧਨਾਂ ਪ੍ਰਤੀ ਕੋਈ ਦਿਸ਼ਾ ਨਿਰਦੇਸ਼ ਜਾਂ ਸੇਧ ਦੇਣ ਲਈ ਕੋਈ ਵੀ ਉਦਮ ਕੀਤਾ ਦਿਖਾਈ ਨਹੀਂ ਦਿੰਦਾ। ਅੱਜ ਜਾਂ ਤਾਂ ਹਰ ਕੋਈ ਆਪਣੀ ਆਪਣੀ ਸਮਝ ਮੁਤਾਬਕ ਅਧੂਰਾ ਅਤੇ ਗਲਤ ਪ੍ਰਚਾਰ ਕਰ ਰਿਹਾ ਹੈ, ਜਾਂ ਪੰਥਕ ਵਿਰੋਧ ਦੇ ਡਰੋਂ ਇਹ ਕੋਈ ਉਦਮ ਹੀ ਨਹੀਂ ਕਰਦਾ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਪਬਲਿਸ਼ ਕੀਤੀਆਂ ਗਈਆਂ ਜਿਹੜੀਆਂ ਕਿਤਾਬਾਂ ਸਨ, ਉਹ ਵੀ ਗੁਰਮਤਿ ਵਿਰੋਧੀ ਪਾਈਆਂ ਗਈਆਂ। ਪਿਛਲੇ ਦਿਨੀਂ ਕਾਰਟੂਨ ਤਕਨੀਕ ਰਾਹੀਂ ਤਿਆਰ ਕੀਤੀ ਗਈ ਫਿਲਮ 4 ਸਾਹਿਬਜ਼ਾਦੇ ਜਾਂ ਫਿਲਮ ਨਾਨਕ ਸ਼ਾਹ ਫਕੀਰ ਇਸ ਗੱਲ ਦੀ ਤਾਜ਼ਾ ਉਦਾਹਰਣ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ, ਗੁਰੂ ਖਾਲਸਾ ਪੰਥ ਵੱਲੋਂ ਅਸੀਂ ਕੋਈ ਦਿਸ਼ਾ ਨਿਰਦੇਸ਼ ਜਾਂ ਗਾਈਡਲਾਈਨਸ ਨਹੀਂ ਫਿਕਸ ਕੀਤੀਆਂ। ਸਾਨੂੰ ਤਾਂ ਸਮਝ ਆਉਂਦੀ ਹੈ, ਪਰ ਸਾਡੇ ਬੱਚਿਆਂ ਨੂੰ ਇਹ ਗੱਲ ਸਮਝ ਆਉਣੀ ਮੁਸ਼ਕਲ ਹੈ ਕਿਉਂਕਿ ਇਹ ਕਿਉਂ ਨਹੀਂ ਹੋਇਆ ਅਜੇ ਤੱਕ। ਪੰਥਕ ਰਹਿਤ ਮਰਿਆਦਾ ਨੂੰ ਸਮੁੱਚੇ ਸੰਸਾਰ ਵਿੱਚ ਲਾਗੂ ਕਰਾਉਣ ਪ੍ਰਤੀ ਉਦਾਸੀਨਤਾ ਕਾਰਨ ਪੰਥ ਵੱਖ-ਵੱਖ ਡੇਰਿਆਂ, ਸੰਪਰਦਾਵਾਂ, ਜਥਿਆਂ ਜਾਂ ਟਕਸਾਲਾਂ ਵਿੱਚ ਵੰਡਿਆ ਜਾ ਰਿਹਾ ਹੈ। ਉਦਾਸੀ, ਨਿਰਮਲੇ ਆਦਿ ਜੋ ਕਦੇ ਪੰਥ ਦਾ ਅਹਿਮ ਅੰਗ ਸਨ, ਅੱਜ ਉਹ ਵੱਖਰੇਪਣ ਦਾ ਸ਼ਿਕਾਰ ਹੋ ਕੇ ਪੰਥ ਦੇ ਸ਼ਰੀਕ ਬਣਦੇ ਦਿਖਾਈ ਦੇ ਰਹੇ ਨੇ। ਪੰਥਕ ਤੌਰ 'ਤੇ ਇਸੇ ਅਵੇਸਲੇਪਣ ਕਾਰਨ ਰਾਧਾ ਸੁਆਮੀ ਜਾਂ ਐਸੇ ਹੋਰ ਸਿੱਖ ਰੂਪ ਦੇ ਵਿੱਚ ਗੁਰੂ ਨਾਮ ਨੂੰ ਮੰਨਣ ਵਾਲੇ ਲੋਕ ਪੰਥਕ ਸ਼ਕਤੀ ਦਾ ਨੁਕਸਾਨ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਉਸੇ ਤਰ੍ਹਾਂ ਹੀ ਤਖਤ ਤੇ ਚੌਰ ਦੀ ਵਰਤੋਂ ਕਰਕੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਹੋ ਰਹੇ ਹਨ। ਕਈ ਵਾਰੀ ਤਾਂ ਤਖਤਾਂ ਦੇ ਜਥੇਦਾਰ ਸਾਹਿਬ ਉੱਥੇ ਭੋਗ ਦੀ ਅਰਦਾਸ ਕਰਨ ਵੀ ਚਲੇ ਜਾਂਦੇ ਹਨ। ਇੱਥੇ ਦੂਜੇ ਗ੍ਰੰਥ ਦੀ ਪ੍ਰਾਮਾਣਿਕਤਾ ਦਾ ਸਵਾਲ ਨਹੀਂ ਹੈ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦਾ ਇੱਕ ਅਹਿਮ ਮੁੱਦਾ ਹੈ। ਵਿਗਿਆਨਕ ਯੁੱਗ ਵਿੱਚ ਜਦ ਹਰ ਗੱਲ ਅੰਧ ਵਿਸ਼ਵਾਸ ਤੋਂ ਉੱਪਰ ਉੱਠ ਕੇ ਕੀਤੀ ਜਾਣੀ ਜ਼ਰੂਰੀ ਹੈ, ਅਸੀਂ ਅੱਜ ਵੀ ਆਪਣੇ ਪੰਥਕ ਵਸੀਲਿਆਂ ਰਾਹੀਂ ਗੁਰੂ ਨਾਨਕ ਜੀ ਦੇ ਏਕਾ ਬਾਣੀ ਇੱਕ ਗੁਰ, ਸਮੁੱਚੀ ਮਨੁੱਖਤਾ ਨੂੰ ਪਿਆਰ ਅਤੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਦੀ ਸੇਧ ਦੇਣ ਦੀ ਥਾਂ ਅੰਧ ਵਿਸ਼ਵਾਸ, ਆਪਸੀ ਲੜਾਈ ਜਾਂ ਸਪਸ਼ਟ ਸੇਧ 'ਚ ਨਾਕਾਮ ਹੁੰਦੇ ਜਾ ਰਹੇ ਹਾਂ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਸ਼ਣਾਂ ਨੂੰ ਛੱਡ ਕੇ ਕਿਸੇ ਵੀ ਹੋਰ ਯੋਗ ਅਗਵਾਈ ਦੀ ਅਣਹੋਂਦ ਹੈ। ਸਿੱਖੀ ਸਰੂਪ, ਸਿੱਖ ਜੀਵਨ ਜਾਚ, ਮਰਿਆਦਾ ਪ੍ਰਤੀ ਸੁਚੇਤ ਹੋਣ ਦੇ ਨਾਲ ਹੀ ਸੰਸਾਰ ਦੇ ਦੂਜੇ ਘੱਟ ਗਿਣਤੀ ਧਰਮਾਂ ਦੇ ਤੌਰ ਤਰੀਕਿਆਂ ਨੂੰ ਸਮਝ ਕੇ ਉਸ ਤੋਂ ਵੀ ਸੇਧ ਲਈ ਜਾ ਸਕਦੀ ਹੈ। ਸਾਡੇ ਵਾਂਗੂ ਯਹੂਦੀ ਨੇ, ਬਹਾਈ ਨੇ, ਹੋਰ ਕਈ ਐਸੀ ਘੱਟ ਗਿਣਤੀਆਂ ਕੌਮਾਂ, ਉਹਨਾਂ ਨੇ ਇਸ ਸਮੇਂ 'ਚ ਆਪਣੀ ਸਰਵਾਈਵਲ ਲਈ ਕੀ ਕੀਤਾ, ਇਹਦੇ ਬਾਰੇ ਸੇਧ ਲਈ ਜਾ ਸਕਦੀ ਹੈ। ਅੱਜ ਹਾਲਤ ਇਹ ਹੈ ਕਿ ਜੇ ਦਲਾਈ ਲਾਮਾ ਇੰਗਲੈਂਡ ਦੇ ਵਿੱਚ ਆਉਂਦਾ ਹੈ ਅਤੇ BBC ਰਾਹੀਂ ਉਹਦੀ ਇੰਟਰਵਿਊ ਕਰਕੇ ਸਾਰੇ ਸੰਸਾਰ 'ਚ ਦਿਖਾਈ ਜਾਂਦੀ ਹੈ, ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੌਮ ਦੇ ਨਾਂ 'ਤੇ ਦਿੱਤੇ ਗਏ ਸੰਦੇਸ਼ ਸਾਡੇ ਆਪਣੇ TV ਚੈਨਲਸ ਹੋਣ ਦੇ ਬਾਵਜੂਦ ਵੀ ਉਹਨੂੰ ਹਰ ਸਿੱਖ ਤੱਕ ਨਹੀਂ ਪਹੁੰਚਾਇਆ ਜਾ ਸਕਿਆ। ਇਹ ਸਾਡਾ ਉਵੇਸਲਾਪਣ ਹੋਣ ਕਰਕੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਅਕਾਲ ਤਖਤ ਸਾਹਿਬ ਦੇ ਨਾਲ ਨੇੜੇ ਦਾ ਰਿਸ਼ਤਾ ਕਾਇਮ ਕਰਨ 'ਚ ਨਾਕਾਮ ਰਹੀ ਹੈ। ਸਿੱਖ ਰਹਿਤ ਮਰਿਆਦਾ ਜੋ ਤਕਰੀਬਨ 75 ਤੋਂ 85 ਸਾਲ ਪਹਿਲਾਂ ਤਿਆਰ ਹੋਈ, ਉਸ ਨੂੰ ਅੱਜ ਦੁਆਰਾ ਸੰਸਾਰ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਪੰਥਕ ਜੁਗਤ ਵਿੱਚ ਸੋਧਣ ਦੀ ਜ਼ਰੂਰਤ ਹੈ
ਤੇ ਉਸ ਵਿੱਚ ਬੀਬੀਆਂ ਦੀ ਨੁਮਾਇੰਦਗੀ ਸ਼ਾਮਲ ਕਰਨ ਦੀ ਬੇਹੱਦ ਲੋੜ ਹੈ, ਪਰ ਇਹ ਕੰਮ ਹੈ ਬੇਹੱਦ ਮੁਸ਼ਕਲ। ਅਸੀਂ ਤਾਂ ਪੰਥਕ ਤੌਰ 'ਤੇ ਆਪਣੇ ਹੀ ਪਾਸ ਕੀਤੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਬਾਹਰੀ ਦਬਾਅ ਕਾਰਨ ਗੈਰ ਪੰਥਕ ਤਰੀਕਿਆਂ ਨਾਲ ਹਰ ਸਾਲ ਤਰੀਕਾਂ ਬਦਲ ਕੇ ਸੰਸਾਰ ਸਾਹਮਣੇ ਆਪਣੀ ਸਮਝ ਦੀ ਘਾਟ ਦਾ ਪ੍ਰਗਟਾਵਾ ਕਰ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਤੋਂ ਬਿਨਾਂ ਸੰਸਾਰ ਦੀਆਂ ਹੋਰ ਸਿੱਖਾਂ ਦੀਆਂ ਭਾਵਨਾਵਾਂ, ਜ਼ਰੂਰਤਾਂ ਤੇ ਚੁਣੌਤੀਆਂ ਨੂੰ ਪੰਥ ਦਾ ਹਿੱਸਾ ਨਾ ਸਵੀਕਾਰ ਕਰਨਾ ਆਉਣ ਵਾਲੇ ਸਮੇਂ ਵਿੱਚ ਪੰਥ ਲਈ ਨੁਕਸਾਨਦੇਹ ਸਾਬਤ ਹੋਵੇਗਾ। ਅੱਜ ਭਾਰਤ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਕਸ਼ਮੀਰ, ਰਾਜਸਥਾਨ, ਦੱਖਣ ਤੇ ਈਸਟ ਪੱਛਮ ਦੀਆਂ ਗੁਰਦੁਆਰਾ ਕਮੇਟੀਆਂ ਹਨ ਤੇ ਭਾਰਤ ਤੋਂ ਬਾਹਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, USA, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਆਪਣੇ ਆਪਣੇ ਦੇਸ਼ਾਂ ਦੀਆਂ ਆਪਣੀਆਂ ਆਪਣੀਆਂ ਕਮੇਟੀਆਂ ਹਨ। ਇਹ ਸਾਰੇ ਹੀ ਗੁਰੂ ਖਾਲਸਾ ਪੰਥ ਦਾ ਹਿੱਸਾ ਹਨ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਂ ਲਿਖਿਆ ਨਹੀਂ, ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ, ਇਸੇ ਕਰਕੇ ਮੈਂ ਸ਼ਬਦ ਲਿਖਿਆ ਰਹਿਤ ਮਰਿਆਦਾ ਦੇ ਵਿੱਚ ਇਹਨੂੰ ਨਵੇਂ ਢੰਗ ਨਾਲ ਸੋਧਣ ਦੀ ਜ਼ਰੂਰਤ ਹੈ। ਅੱਜ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਕੀ ਅਸੀਂ ਅਵੇਸਲੇਪਣ ਦੇ ਵਿੱਚ ਇਹ ਤਾਂ ਨਹੀਂ ਕਹਿ ਰਹੇ ਕਿ ਪਾਕਿਸਤਾਨ 'ਚ ਬਸਣ ਵਾਲੇ ਜਿਹੜੇ ਸਿੱਖ ਨੇ ਉਹ ਗੁਰੂ ਖਾਲਸਾ ਪੰਥ ਦਾ ਹਿੱਸਾ ਨਹੀਂ? ਕੀ ਅਸੀਂ ਐਵੇਂ ਹੀ ਅਵੇਸਲੇਪਣ 'ਚ, ਅਣਜਾਣੇਪਣੇ ਦੇ ਵਿੱਚ ਇਹ ਤਾਂ ਨਹੀਂ ਕਹਿ ਰਹੇ ਕਿ ਉਹ ਜਿਹੜੇ ਲੋਕ ਭਾਰਤ ਤੋਂ ਜਾਂ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਵਸਣ ਵਾਲੇ ਜਿਹੜੇ ਲੋਕ ਨੇ ਉਹ ਗੁਰੂ ਖਾਲਸਾ ਪੰਥ ਦਾ ਹਿੱਸਾ ਨਹੀਂ? ਇਹ ਅੱਜ ਦੀਆਂ ਚੁਣੌਤੀਆਂ ਦਾ ਇਹ ਸਾਡਾ ਹਿੱਸਾ ਹੈ ਜਿਹਦੇ ਬਾਰੇ ਅਸਾਂ ਨੇ ਸੇਧ ਪ੍ਰਾਪਤ ਕਰਨੀ ਹੈ। ਉਹਨਾਂ ਨੂੰ ਪੰਥ ਦਾ ਹਿੱਸਾ ਨਾ ਸਵੀਕਾਰ ਕਰਨਾ ਤੇ ਉਹਨਾਂ ਨੂੰ ਪੰਥਕ ਤੌਰ 'ਤੇ ਨੁਮਾਇੰਦਗੀ ਨਾ ਦੇਣ ਦਾ ਹੀ ਸਿੱਟਾ ਹੈ ਕਿ ਸਨਮਾਨਯੋਗ ਪਦਵੀਆਂ 'ਤੇ ਵਿਰਾਜੇ ਤਖਤ ਸਾਹਿਬਾਂ ਦੇ ਜਥੇਦਾਰ ਸਾਹਿਬਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸੰਗਤਾਂ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਹ ਬਹੁਤ ਹੀ ਚਿੰਤਾ ਤੇ ਆਤਮ ਚਿੰਤਨ ਦਾ ਵਿਸ਼ਾ ਹੈ। ਮੈਨੂੰ ਸਭ ਤੋਂ ਵੱਧ ਇਸ ਗੱਲ ਦੀ ਤਕਲੀਫ ਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਬਿਰਾਜਮਾਨ ਸਤਿਕਾਰਯੋਗ ਸਿੰਘ ਸਾਹਿਬ, ਸ਼ਖਸ ਦਾ ਨਾਂ ਕੋਈ ਵੀ ਹੋਏ, ਉਹ ਅਕਾਲ ਤਖਤ ਸਾਹਿਬ ਦੇ ਗੁਰੂ ਖਾਲਸਾ ਪੰਥ ਦੇ ਨੁਮਾਇੰਦੇ ਨੇ, ਗੁਰੂ ਖਾਲਸਾ ਪੰਥ ਨੂੰ ਅਗਵਾਈ ਦੇਣ ਦੇ ਜ਼ਿੰਮੇਵਾਰ ਨੇ। ਅਗਰ ਉਹ ਕਿਸੇ ਗੁਰੂ ਘਰ ਦੇ ਵਿੱਚ ਗੁਰੂ ਸੰਗਤ ਨੂੰ ਸੰਬੋਧਨ ਕਰਨ ਵਾਸਤੇ ਜਾਂਦੇ ਨੇ ਤੇ ਜੇ ਉਹਨਾਂ ਨੂੰ ਉੱਥੇ ਬੋਲਣ ਤੋਂ ਰੋਕ ਦਿੱਤਾ ਜਾਂਦਾ ਹੈ ਤੇ ਇੱਥੋਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜੇ ਅੱਜ ਵੀ ਅਸੀਂ ਸਾਵਧਾਨ ਨਾ ਹੋਏ ਤੇ ਭਵਿੱਖ ਦੇ ਵਿੱਚ ਇਸ ਸਾਰੀਆਂ ਗੱਲਾਂ ਦੇ ਸਿੱਟੇ ਜਿਹੜੇ ਨੇ ਉਹ ਬਹੁਤ ਗੰਭੀਰ ਨਿਕਲ ਸਕਦੇ ਨੇ। ਅਕਾਲ ਤਖਤ ਸੰਸਥਾ ਦੇ ਰੂਪ ਦੇ ਵਿੱਚ ਹਰ ਦਿਨ ਕਮਜ਼ੋਰ ਹੋ ਰਿਹਾ ਹੈ ਤੇ ਸਮਾਂ ਰਹਿੰਦਿਆਂ ਕੋਈ ਬੰਨ੍ਹ ਨੂੰ ਨਾ ਬੰਨ੍ਹਿਆ ਗਿਆ ਤਾਂ ਕੋਈ ਉਦਮ ਨਾ ਕੀਤਾ ਤਾਂ ਇਤਿਹਾਸ 'ਚ ਹੋਈਆਂ ਅਨੇਕਾਂ ਸ਼ਹਾਦਤਾਂ 'ਚੋਂ ਪੰਥਕ ਸ਼ਕਤੀ ਦੀ ਸਥਾਪਨਾ ਤੇ ਚੜ੍ਹਦੀ ਕਲਾ ਵਾਸਤੇ ਹੋਈਆਂ, ਅਸੀਂ ਉਸ ਦੇ ਵਾਰਿਸ ਕਹਾਉਣ ਦਾ ਹੱਕ ਨਹੀਂ ਰੱਖ ਸਕਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਇੱਕ ਗੱਲ ਯਾਦ ਰੱਖੀਏ, ਪੰਥ ਕੀ ਰਹੇਗੀ ਨਾਹ ਤੋਂ ਗ੍ਰੰਥ ਕੀ ਰਹੇਗੀ, ਪੰਥ ਹੀ ਨਾ ਰਹਾ ਤੋਂ ਗ੍ਰੰਥ ਕੌਣ ਮਾਨੇਗਾ। ਅੱਜ ਸੰਸਾਰ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨ ਤੇ ਦੁਵੱਲਾ ਰਿਸ਼ਤਾ ਮਜ਼ਬੂਤ ਕਰਨ ਲਈ 1995-96 ਵਾਂਗ ਦੁਆਰਾ ਫਿਰ ਵਿਸ਼ਵ ਸਿੱਖ ਕੌਂਸਲ ਦੇ ਪੈਟਰਨ ਦੇ ਉੱਤੇ ਸੰਸਾਰ ਦੇ ਸਾਰੇ ਖਿੱਤਿਆਂ 'ਚ ਵੱਸਦੇ ਸਿੱਖਾਂ ਨੂੰ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਜਥੇਬੰਦ ਕਰਨਾ ਤੇ ਉਹਨਾਂ ਦੀ ਜਥੇਦਾਰ ਸਾਹਿਬ ਦੀ ਨਿਯੁਕਤੀ, ਉਹਨਾਂ ਦਾ ਕਾਰਜ ਖੇਤਰ ਨਿਯਤ ਕਰਨ ਸੰਬੰਧੇ ਉਹਨਾਂ ਦੀ ਨੁਮਾਇੰਦਗੀ ਕਰਨਾ ਜਿਹੜਾ ਇਹ ਬਹੁਤ ਲਾਜ਼ਮੀ ਹੈ। ਮੈਂ ਸ਼ਾਇਦ ਸਮਾਂ ਲੋੜ ਤੋਂ ਵੱਧ ਲੈ ਗਿਆ, ਮੈਨੂੰ ਧਿਆਨ ਨਹੀਂ ਰਿਹਾ, ਮੈਨੂੰ ਖਿਮਾ ਕਰਿਓ ਉਹਦੇ ਲਈ। ਇਹ ਇੱਕ ਬਹੁਤ ਸੈਂਸਿਟਿਵ ਵਿਸ਼ਾ ਸੀ, ਮੈਂ ਇਹਦੇ ਬਾਰੇ ਦੋ ਚਿੱਤੇ ਹੀ ਵਿੱਚ ਸੀਗਾ ਕਿ ਮੈਂ ਇਹਦੇ ਬਾਰੇ ਖੁੱਲ੍ਹ ਕੇ ਗੱਲ ਕਰਾਂ ਜਾਂ ਨਾ ਕਰਾਂ, ਪਰ ਮੈਨੂੰ ਇਸ ਗੱਲ ਦਾ ਮਾਣ ਸੀਗਾ ਕਿ ਸਾਡੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਗੁਰੂ ਖਾਲਸਾ ਪੰਥ ਦੀ ਅਗਵਾਈ ਕੀਤੀ ਹੈ, ਉਹਨਾਂ ਨੂੰ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਪ੍ਰਬੰਧਕਾਂ ਵੱਲੋਂ ਬੁਲਾਇਆ। ਉਹ ਸਾਡੇ ਵਿੱਚ ਨੇ ਤੇ ਉਹ ਕਿਉਂਕਿ ਬੈਠੇ ਨੇ, ਉਹਨਾਂ ਦੇ ਸਾਹਮਣੇ ਅਸੀਂ ਕੋਈ ਗੱਲਾਂ ਕਰਾਂਗੇ ਜੇ ਉਹਦੇ ਵਿੱਚ ਅਸੀਂ ਕੋਈ ਗੱਲ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਵੀ ਕਹਿ ਦਿਆਂਗੇ ਤੇ ਉਹ ਸਾਡੀਆਂ ਜਿਹੜੀਆਂ ਇਹ ਗੁਸਤਾਖੀਆਂ ਹੋਣਗੀਆਂ
ਉਹਦੇ ਵਿੱਚ ਦੁਰਸਤੀ ਕਰ ਦੇਣਗੇ। ਇਸ ਲਈ ਮੈਂ ਆਪਣੀਆਂ ਹੋਈਆਂ ਭੁੱਲਾਂ ਲਈ ਆਪ ਸਭ ਪਾਸੋਂ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਣਾ। ਫਤਿਹ ਜ਼ਰੂਰ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਬੜੀ ਬਖੂਬੀ ਦੇ ਨਾਲ ਸਰਬੱਤ ਖਾਲਸੇ ਦਾ ਕਨਸੈਪਟ, ਕਿੰਨੀ ਲੋੜ ਹੈ ਸਰਬੱਤ ਖਾਲਸੇ ਦੀ, ਉਹ ਦਰਸਾਇਆ ਅਤੇ ਸਾਡੀਆਂ ਚੁਣੌਤੀਆਂ। ਅਤੇ ਆਪਣੇ ਕੋਲ ਸਮਾਂ ਉਹਨਾਂ ਕੁ ਹੈ ਕਿਉਂਕਿ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਹੋਣਾ ਹੈ। 20 ਮਿੰਟ ਵਾਸਤੇ ਸਿੰਘ ਸਾਹਿਬ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ, ਅਤੇ ਉਹਨਾਂ ਦਾ ਸਬਜੈਕਟ ਹੈ ਇਸ਼ੂ ਐਂਡ ਚੈਲੰਜਸ ਫॉर ਸੋਵਰਨਟੀ, ਸਟੇਟਸ ਐਂਡ ਡਾਇਰੈਕਸ਼ਨਸ ਆਫ ਸ੍ਰੀ ਅਕਾਲ ਤਖਤ, ਕਿ ਉੱਥੇ ਕੀ ਇਸ਼ੂ ਹੁੰਦੇ ਨੇ, ਕੀ ਪ੍ਰੋਬਲਮਸ ਨੇ, ਕਿ ਟੂ ਵੇ ਕਮਿਊਨੀਕੇਸ਼ਨ ਕਿਉਂ ਨਹੀਂ ਹੁੰਦੀ, ਕਿਉਂ ਨਹੀਂ ਬਣਦੀ। ਇਹ ਸਿੰਘ ਸਾਹਿਬ ਜੀ 20 ਮਿੰਟ ਵਾਸਤੇ, ਅਤੇ ਉਸ ਤੋਂ ਉਪਰੰਤ ਰਹਿਰਾਸ ਸਾਹਿਬ ਦਾ ਪਾਠ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਗਤ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਜੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਲੋਕ ਪਰਲੋਕ ਦੇ ਸੁਖ ਦਾਤੇ, ਸਾਡੀ ਜ਼ਿੰਦਗੀ ਦੇ ਹਰ ਪਲ ਹਰ ਕਦਮ ਦੇ ਰਾਹਬਰ, ਸਾਡੀ ਅਗਵਾਈ ਕਰਨ ਵਾਲੇ, ਸਾਡੇ ਵਿੱਚ ਪ੍ਰਕਾਸ਼ਮਾਨ ਨੇ। ਉਹਨਾਂ ਦੇ ਹੀ ਦਰ ਤੋਂ ਵਰੋਸਾਏ ਹੋਏ ਆਪ ਸਾਧ ਸੰਗਤ ਦੀਆਂ ਅਸੀਸਾਂ ਦੇ ਪਾਤਰ ਗੁਰਮੁਖ ਪਿਆਰੇ ਬਾਬਾ ਜੀ ਨੇ ਇਹ ਉਦਮ ਉਪਰਾਲਾ ਆਪਣੇ ਸਹਿਯੋਗੀ ਗੁਰਮੁਖਾਂ ਦੇ ਨਾਲ ਰਲ ਕੇ ਕੀਤਾ, ਜਿਹੜਾ ਹਰ ਸਾਲ ਤੁਸੀਂ ਕਰਦੇ ਹੋ। ਅੱਜ ਇਸ ਸਤਸੰਗੀ ਸਮਾਗਮ ਦੇ ਵਿੱਚ ਆਪਣੀਆਂ ਖਾਲਸਾਈ ਪੰਥਕ ਭਾਵਨਾਵਾਂ ਦੀ ਤਰਜਮਾਨੀ ਦੇ ਪ੍ਰਤੀਕ ਸਾਡੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਕੁਝ ਵਿਸ਼ੇ ਇੱਥੇ ਵਿਚਾਰਨ ਦੇ ਲਈ ਇਹ ਸਮਾਂ ਬਣਾਇਆ ਗਿਆ। ਜੋ ਕੁਛ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਮਤ ਅਨੁਸਾਰ ਸਿੱਖੀ ਪੀੜਾ ਨੂੰ ਲੈ ਕੇ ਪੁਰਾਤਨ ਗ੍ਰੰਥਾਂ ਦੇ ਆਧਾਰ 'ਤੇ ਬਹੁਤ ਸਾਰੇ ਹਾਲਾਤਾਂ ਦੇ ਉਤਰਾਅ ਚੜਾਵਾਂ ਵਿੱਚੋਂ ਕੌਮ ਨੂੰ ਨਿਕਲਦੀ ਨੂੰ ਦੇਖ ਕੇ ਜੋ ਕੁਝ ਭਾਵਨਾਵਾਂ ਉਹਨਾਂ ਨੂੰ ਮਹਿਸੂਸ ਹੋਈਆਂ, ਉਹ ਸਾਂਝੀਆਂ ਆਪ ਜੀ ਨਾਲ ਕੀਤੀਆਂ ਨੇ। ਮੇਰੇ ਕੋਲ ਸਮਾਂ ਬੜਾ ਸੰਖੇਪ ਹੈ, ਗੱਲਾਂ ਕੁਝ ਇੰਨੇ ਵਿਸਥਾਰ ਦੀਆਂ ਨੇ, ਮੈਂ ਪਹਿਲਾਂ ਹੀ ਇਸ ਦੇ ਲਈ ਖਿਮਾ ਮੰਗ ਲਵਾਂ ਕਿ ਸੰਖੇਪ ਵਿੱਚ ਕੁਝ ਇਸ਼ਾਰੇ ਮਾਤਰ ਹੀ ਗੱਲਾਂ ਆਪ ਜੀ ਨਾਲ ਮੈਂ ਸਾਂਝੀਆਂ ਕਰ ਸਕਾਂਗਾ। ਸੰਖੇਪ ਸਮੇਂ ਵਿੱਚ ਵੀ ਬਹੁਤ ਕੁਝ ਸੋਚਿਆ ਸਮਝਿਆ ਵਿਚਾਰਿਆ ਜਾ ਸਕਦਾ ਹੁੰਦਾ ਹੈ, ਜੇ ਨੀਅਤ ਨੇਕ ਹੋਵੇ ਤਾਂ। ਪਰ ਜੇ ਅੰਦਰ ਸਾਡੇ ਈਮਾਨਦਾਰੀ ਦੀ ਘਾਟ ਹੋਵੇ, ਗੁਰੂ ਪਿਆਰ ਦੀ, ਪੰਥਕ ਪਿਆਰ ਦੀ ਘਾਟ ਹੋਵੇ, ਤਾਂ ਫਿਰ ਜਿੰਨਾ ਮਰਜ਼ੀ ਸਮਾਂ ਅਸੀਂ ਮਸਲਿਆਂ ਨੂੰ ਲੈ ਕੇ ਵਿਚਾਰਨ ਦੀ ਕੋਸ਼ਿਸ਼ ਕਰੀਏ, ਉਲਝੇਵੇਂ ਤੇ ਪੈਦਾ ਹੋ ਜਾਂਦੇ ਨੇ, ਸੁਲਝਾਇਆ ਨਹੀਂ ਜਾ ਸਕਦਾ ਹੁੰਦਾ। ਜਦੋਂ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਮੇਰੇ ਸਤਿਕਾਰਿਤ ਵੀਰ ਗੁਰਮੁਖ ਪਿਆਰੇ ਭਾਈ ਸਾਹਿਬ ਗੁਰਬਖਸ਼ ਸਿੰਘ ਗੁਲਸ਼ਨ ਹੋਰਾਂ ਨੇ ਭਾਈ ਨੱਥਾ ਜੀ ਦੀ ਉਚਾਰਨੀ